ਅੰਦੋਲਨ ਹੈ ਇਹ ਬਿਨਾਂ ਸ਼ੱਕ ਪੰਜਾਬੀਆਂ ਕਰਕੇ ਹੈ। नहीं ये झूठ है, ਇਹ ਝੂਠ ਨੇ। नहीं ये झूठ है, ये गल गलत कर रहे हो तुसी। गलत पंजाबियां करके ਪੰਜਾਬੀਆਂ ਨੇ ਹੀ ਅੰਦੋਲਨ ਹੈ ਇਹ ਬਿਨਾਂ ਸ਼ੱਕ ਪੰਜਾਬੀਆਂ ਕਰਕੇ ਹੈ। नहीं ये झूठ है, ਇਹ ਝੂਠ ਨੇ। नहीं ये झूठ है, ये गल गलत कर रहे हो तुसी। ਗਲਤ पंजाबियां करके ਪੰਜਾਬੀਆਂ ਨੇ ਹੀ ਅੰਦੋਲਨ ਵੀ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਔਰ ਇੱਕ ਆਈਟੀ ਸੈਲਸ ਵੱਲੋਂ ਵੀ ਦਿੱਤੀਆਂ ਜਾ ਰਹੀਆਂ ਨੇ ਕੁਝ ਨੰਬਰਾਂ ਤੋਂ ਵੀ ਕਾਲਸ ਆਉਂਦੀਆਂ ਨੇ ਤੇ ਉਹਦੇ ਵਿੱਚ ਇਹੀ ਕੀਤਾ ਜਾਂਦਾ ਵੀ ਤੇਰੇ ਪਿਓ ਨੂੰ ਸੋਧਿਆ ਹੀ ਤੈਨੂੰ ਸੋਧਾਂਗੇ। ਮੈਨੂੰ ਨਹੀਂ ਚੜ੍ਹਦੀ ਕਲਾ ਟੈਗ ਟੀਵੀ ਕਿਸਾਨੀ ਅੰਦੋਲਨ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ 4 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲਦਾ ਹੈ ਦਿੱਲੀ ਦੇ ਵਿੱਚ। ਇਸ ਅੰਦੋਲਨ ਦੌਰਾਨ ਬੜਾ ਵੱਖ-ਵੱਖ ਘਟਨਾਵਾਂ ਵੀ ਨਾਲ ਦੀ ਨਾਲ ਇਹਦੇ ਚੱਲਦੀਆਂ ਰਹਿੰਦੀਆਂ ਨੇ। ਬੜੇ ਚਿਹਰੇ ਚਰਚਿਤ ਹੋਏ ਨੇ, ਬੜੇ ਨਵੇਂ ਚਿਹਰੇ ਉੱਭਰ ਕੇ ਸਾਹਮਣੇ ਵੀ ਆਏ ਨੇ। ਉਹਨਾਂ ਦੇ ਵਿੱਚੋਂ ਹੀ ਇੱਕ ਨਾਮ ਹੈ ਸੋਨੀਆ ਮਾਨ। ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਤੁਹਾਡਾ ਸਵਾਗਤ ਹੈ ਜੀ। सत श्री अकाल। ਤੁਸੀਂ ਅੰਦੋਲਨ ਦੇ ਨਾਲ ਵੀ ਜੁੜੇ ਹੋਏ ਹੋ, ਤੁਸੀਂ ਫਿਲਮ ਇੰਡਸਟਰੀ ਦੇ ਵੀ ਕੰਮ ਕਰਦੇ ਹੋ। ਪਹਿਲਾਂ ਤੱਕ ਕਿਵੇਂ ਦੇਖਦੇ ਹੋ ਇਸ ਅੰਦੋਲਨ ਨੂੰ? देखो जी इस अंदोलन ਨੂੰ ਇਸੇ ਤਰੀਕੇ ਨਾਲ ਵੇਖਿਆ ਜਾ ਸਕਦਾ ਹੈ ਕਿ ਜਿਸ ਤਰੀਕੇ ਨਾਲ ਬਿੱਲ ਨੇ ਬਿੱਲਾਂ ਦੀ ਗੱਲ ਵਾਸਤੇ ਹੀ ਜੇ ਉਹ ਬਿੱਲ ਨਹੀਂ ਸਹੀ ਨੇ ਸਾਡੀ ਕਿਸਾਨੀ ਹੱਕ ਵਾਸਤੇ ਤੇ ਅਸੀਂ ਉਹਦੇ ਖਿਲਾਫ ਲੜਾਈ ਕਰ ਰਹੇ ਹਾਂ ਔਰ ਜਦੋਂ ਤੱਕ ਇਹ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਦਿੱਲੀ ਬੈਠੇ ਹਾਂ ਔਰ ਵਾਪਸ ਨਹੀਂ ਆਵਾਂਗੇ। ਉਹ ਜੋ ਵੀ ਅੱਗੇ ਆਗੂਆਂ ਦੀ ਅਗਵਾਈ ਦੇ ਹੇਠ ਜੋ ਨਾ ਹੇਠ ਫੈਸਲਾ ਲਿੱਤਾ ਜਾਊਗਾ ਉਹ ਅਸੀਂ ਕਰਾਂਗੇ। ਤੁਸੀਂ ਤੁਹਾਡਾ ਪਿਛੋਕੜ ਕਾਮਰੇਡੀ ਨਾਲ ਜੁੜਿਆ ਹੋਇਆ, ਇਹ ਕੀ ਕਾਰਨ ਹੈ ਜਿਹੜੇ ਕਾਮਰੇਡ ਨੇ ਉਹ ਸਿੱਖ ਪੰਥ ਤੋਂ ਅਲੱਗ ਕਿਉਂ ਚੱਲਦੇ ਨੇ? ਕਿਉਂ ਸਿੱਖ ਪੰਥ ਦੀ ਗੱਲ ਕਰਨ ਤੋਂ ਕਤਰਾਉਂਦੇ ਰਹਿੰਦੇ ਨੇ? ਅੰਦੋਲਨ 'ਚ ਵੀ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਦੇਖਿਆ ਗਿਆ। ਇਹ ਜਿਹਾ ਕੁਛ ਨਹੀਂ ਹੈ ਜੀ। ਕਾਮਰੇਡ ਸਿੱਖ ਧਰਮ ਨੂੰ ਨਹੀਂ ਮੰਨਦੇ ਕਿਹਨੇ ਕਿਹਾ? ਇਹ ਸਭ ਗਲਤ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ। ਇਹ ਅਫਵਾਹਾਂ ਨੇ, ਜਿੱਥੇ ਬਾਰ-ਬਾਰ ਉੱਥੇ ਗੱਲ ਚੱਲਦੀ ਹੈ ਇੱਥੇ ਸਿੱਖੀ ਦੀ ਗੱਲ ਨਹੀਂ, ਇੱਥੇ ਸਿੱਖ ਧਰਮ ਦੀ ਗੱਲ ਨਹੀਂ। ਜਦੋਂ ਕਿ ਸਿੱਖ ਧਰਮ ਦੀ ਗੱਲ ਨਹੀਂ, ਉੱਥੇ ਗੱਲ ਅੰਦੋਲਨ ਦੀ ਹੈ, ਗੱਲ ਆਪਣੇ ਹੱਕਾਂ ਦੀ ਹੈ, ਹਿੱਤਾਂ ਦੀ ਹੈ। ਫਿਰ ਵੀ ਬਾਰ-ਬਾਰ ਜਿਹੜੀਆਂ ਗੱਲਾਂ ਨਹੀਂ ਵੀ ਕਈ ਵਾਰੀ ਉਹ ਆਗੂ ਕਹਿ ਜਾਂਦੇ ਨੇ। ਉਹ ਗੱਲਾਂ ਇਸ ਕਰਕੇ ਕਹੀਆਂ ਜਾਂਦੀਆਂ ਨੇ, ਜ਼ਰੂਰੀ ਨਹੀਂ ਉਹ ਸਿੱਖ ਧਰਮ ਬਾਰੇ ਕਹਿੰਦੇ ਨੇ। ਉਹ ਹਿੰਦੂ ਧਰਮ ਦੀ ਵੀ ਕੋਈ ਜ਼ਿਆਦਾ ਉੱਥੇ ਗੱਲ ਕਰੂਗਾ ਉਹਦੀ ਵੀ ਕਹਿਣਗੇ, ਉਹ ਮੁਸਲਿਮ ਧਰਮ ਦੀ ਜ਼ਿਆਦਾ ਕੋਈ ਗੱਲ ਕਰੂਗਾ ਉਹਦੇ ਵਾਸਤੇ ਵੀ ਕਹਿਣਗੇ, ਕਿਉਂਕਿ ਨਹੀਂ ਜ਼ਿਆਦਾ ਵਾਲੀ ਗੱਲ ਨਹੀਂ ਗਈ। ਨਹੀਂ ਦੇਖੋ ਜਿਹੜਾ ਅੰਦੋਲਨ ਹੈ ਇਹ ਬਿਨਾਂ ਸ਼ੱਕ ਪੰਜਾਬੀਆਂ ਕਰਕੇ ਹੈ। ਨਹੀਂ ਇਹ ਝੂਠ ਹੈ, ਇਹ ਝੂਠ ਨੇ। ਨਹੀਂ ਇਹ ਝੂਠ ਹੈ, ਇਹ ਗੱਲ ਗਲਤ ਕਰ ਰਹੇ ਹੋ ਤੁਸੀਂ। ਪੰਜਾਬੀਆਂ ਨੇ ਹੀ ਅੰਦੋਲਨ ਸ਼ੁਰੂ ਕੀਤਾ, ਪੰਜਾਬੀਆਂ ਨੇ ਉਹਨੂੰ ਹਰਿਆਣਾ ਵੀ ਮੰਨਦਾ ਸ਼ੁਰੂ ਕੀਤਾ, ਉਹਨੂੰ ਹਰਿਆਣਾ ਵੀ ਮੰਨਦਾ, ਉਹਨੂੰ ਰਾਜਸਥਾਨ ਵੀ ਮੰਨਦਾ, ਉਹਨੂੰ ਯੂਪੀ ਵੀ ਮੰਨਦੀ ਹੈ, ਈਵਨ ਕਿ ਪੂਰਾ ਹਿੰਦੁਸਤਾਨ ਉਸ ਗੱਲ ਨੂੰ ਐਕਸੈਪਟ ਕਰਦਾ ਵੀ ਇਹ ਪੰਜਾਬੀਆਂ ਦੀ ਅਗਵਾਈ, ਇਸੇ ਕਰਕੇ ਅਗਵਾਈ ਕਬੂਲੀ ਹੈ ਨਾ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੇ। ਮੇਰੀ ਗੱਲ ਸੁਣੋ, ਵੇਖੋ ਪੰਜਾਬੀਆਂ ਨੇ ਸ਼ੁਰੂ ਕੀਤਾ ਅੰਦੋਲਨ। ਪੰਜਾਬ ਦੇ ਵਿੱਚ ਹਿੰਦੂ ਵੀ ਰਹਿੰਦੇ ਨੇ, ਸਿੱਖ ਵੀ ਰਹਿੰਦੇ ਨੇ, ਮੁਸਲਿਮ ਵੀ ਰਹਿੰਦੇ ਹੋਣਗੇ, ਹਨਾ, ਸਾਰੇ ਰਹਿੰਦੇ ਨੇ ਔਰ ਜਿੰਨੇ ਪੰਜਾਬ ਦੇ ਵਿੱਚ ਰਹਿੰਦੇ ਨੇ ਸਾਰੇ ਪੰਜਾਬੀ ਨੇ, ਠੀਕ ਆ। ਸੋ ਜਿਹੜੇ ਵੀ ਲੋਕੀ ਪੰਜਾਬ ਦੇ ਵਿੱਚ ਰਹਿੰਦੇ ਨੇ ਸਾਰੇ ਪੰਜਾਬੀ ਨੇ ਜੇ, ਹਨਾ, ਤੇ ਫਿਰ ਆਪਾਂ ਉਹਨਾਂ ਨੂੰ ਇੱਕ ਧਰਮ ਦਾ ਨਾਮ ਨਹੀਂ ਦੇ ਸਕਦੇ। ਨਹੀਂ ਧਰਮ ਦਾ ਨਾਮ ਨਹੀਂ। ਦੇਖੋ 2 ਮਹੀਨੇ 26 ਜਨਵਰੀ ਤੋਂ ਪਹਿਲਾਂ ਉੱਥੇ ਜੋ ਕੁਝ ਦੇਖਿਆ ਗਿਆ ਇੰਨਾ ਵਧੀਆ। ਉੱਥੇ ਹਵਨ ਵੀ ਹੁੰਦੇ ਸੀ, ਉੱਥੇ ਜਿਹੜੇ ਮੁਸਲਮਾਨ ਸੀ ਉਹ ਨਮਾਜ਼ਾਂ ਪੜ੍ਹਦੇ ਵੀ ਦੇਖੇ ਜਾਂਦੇ ਸੀ, ਉੱਥੇ ਅਰਦਾਸਾਂ ਵੀ ਹੁੰਦੀਆਂ ਸੀ, ਉੱਥੇ ਕੀਰਤਨ ਵੀ ਚੱਲਦਾ ਸੀ, ਬਹੁਤ ਵਧੀਆ ਸੀ। ਐਂ ਲੱਗਦਾ ਸੀ ਵੀ ਇਹ ਸ਼ਾਇਦ ਮੈਂ ਤਾਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਸੀ ਵੀ ਇਸ ਤਰ੍ਹਾਂ ਧਰਮਾਂ ਦਾ, ਸਾਰੇ ਧਰਮਾਂ ਦਾ ਆਪਸੀ ਪਿਆਰ। ਤੇ ਪਰੰਤੂ ਬਾਅਦ 'ਚ ਹੋਇਆ ਜੋ ਕੁਛ ਹੋਇਆ। ਵੇਖੋ ਮੈਂ ਇੱਕ ਗੱਲ ਮੰਨਦੀ ਹਾਂ ਵੀ ਇੱਕ ਕੋਈ ਵੀ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ, ਭਾਵੇਂ ਤੁਸੀਂ ਸਿੱਖ ਨੂੰ ਬਿਲੋਂਗ ਕਰਦੇ ਹੋ, ਭਾਵੇਂ ਤੁਸੀਂ ਹਿੰਦੂ ਨੂੰ ਬਿਲੋਂਗ ਕਰਦੇ ਹੋ, ਮੁਸਲਿਮ ਨੂੰ ਬਿਲੋਂਗ ਕਰਦੇ ਹੋ, ਤੁਹਾਡੇ ਵਿੱਚ ਨਾ ਇਨਸਾਨੀਅਤ ਹੋਣੀ ਬਹੁਤ ਜ਼ਰੂਰੀ ਹੈ। ਤੁਹਾਡੇ ਵਿੱਚ ਹਿਊਮੈਨਿਟੀ ਨਹੀਂ ਖਤਮ ਹੋਣੀ ਚਾਹੀਦੀ। ਤੁਸੀਂ ਕਿਸੇ ਵੀ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹੀ ਲਿਖਿਆ ਆ ਵੀ ਤੁਸੀਂ ਸਾਰੇ ਧਰਮਾਂ ਦੀ ਰਿਸਪੈਕਟ ਕਰੋ। ਸਾਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕਬੀਰ ਦੀ ਬਾਣੀ ਵੀ ਹੈਗੀ ਆ। ਉੱਥੇ ਸਾਡੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਵੀ ਇੱਕ ਮੁਸਲਮਾਨ ਨੇ ਰੱਖਿਆ ਹੈ। ਸਾਡਾ ਧਰਮ ਤਾਂ ਹੈ ਹੀ ਸਰਬੱਤ ਦੇ ਭਲੇ ਵਾਸਤੇ ਹੈ। ਸਾਡੇ ਗੁਰੂ ਸਾਹਿਬ ਨੇ ਤੇ ਸਾਰਿਆਂ ਦੀ ਸੇਵਾ ਕੀਤੀ ਹੈ, ਮੈਂ ਕਹਿ ਸਕਦੀ ਹਾਂ, ਹਨਾ। ਆਪਣੇ ਧਰਮ ਦੇ ਵਿੱਚ ਇਹੋ ਸਿਖਾਇਆ ਜਾਂਦਾ ਹੈ ਔਰ ਬਹੁਤ ਦੀ ਆਪਾਂ ਸਿੱਖ ਹਿਸਟਰੀ ਚੁੱਕ ਕੇ ਦੇਖੀਏ, ਆਪਣਾ 500 ਸਾਲਾ ਹੁਣ ਜਿਹੜਾ ਇਤਿਹਾਸ ਆ ਉਸ ਤੋਂ ਪਹਿਲਾਂ ਕੀ ਇਤਿਹਾਸ ਸੀਗਾ, ਸਾਰੀਆਂ ਗੱਲਾਂ, ਹਨਾ। ਬਟ ਮੈਂ ਉਹ ਗੱਲਾਂ ਨੂੰ ਫਰੋਲਣਾ ਨਹੀਂ ਚਾਹੁੰਦੀ, ਹਨਾ। ਇਹ ਤੇ ਆਪਾਂ ਜਿਹੜੀਆਂ ਪੜ੍ਹੀਆਂ ਗੱਲਾਂ ਆ, ਆਪਾਂ ਜੋ ਪਿਛੋਕੜ ਪੜ੍ਹਦੇ ਆਏ ਆ, ਗੱਲ ਸਾਡੀ ਹੁੰਦੀ ਹੋ ਰਹੀ ਹੈ। ਗੱਲ ਇਹ ਹੋ ਰਹੀ ਹੈ ਵੀ ਕਾਮਰੇਡ ਸ਼ਬਦ ਦਾ ਇਸਤੇਮਾਲ ਵਾਰ-ਵਾਰ ਕੀਤਾ ਜਾਂਦਾ ਹੈ, ਮੇਰੇ ਵਾਸਤੇ ਵੀ ਕੀਤਾ ਜਾਂਦਾ ਹੈ।
ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਜਿੰਨੇ ਵੀ ਕਾਮਰੇਡ ਤੁਹਾਡੀ ਵਿਚਾਰਧਾਰਾ ਹੋ ਸਕਦੀ ਆ, ਵਿਚਾਰਧਾਰਾ ਕਿਸੇ ਇਨਸਾਨ ਦੀ ਕੋਈ ਵੀ ਹੋ ਸਕਦੀ ਆ। ਕੱਲ ਨੂੰ ਮੇਰੇ ਬੱਚੇ ਆ, ਮੇਰਾ ਵਿਆਹ ਹੁੰਦਾ, ਮੇਰੇ ਬੱਚੇ ਕੱਲ ਨੂੰ ਕਹਿੰਦੇ ਆ ਵੀ ਅਸੀਂ ਕਾਮਰੇਡ ਵਿਚਾਰਧਾਰਾ ਨੂੰ ਨਹੀਂ ਮੰਨਦੇ। ਜੇ ਮੈਂ ਵੀ ਅੱਜ ਆ, ਮੇਰੇ ਫਾਦਰ ਸਾਹਿਬ ਕਾਮਰੇਡ ਵਿਚਾਰਧਾਰਾ ਨੂੰ ਮੰਨਦੇ ਸੀਗੇ, ਜ਼ਰੂਰੀ ਨਹੀਂ ਮੈਂ ਮੰਨਦੀ ਹੋਊਂਗੀ, ਠੀਕ ਆ। ਜ਼ਰੂਰੀ ਨਹੀਂ ਆ ਕੱਲ ਨੂੰ ਕੋਈ ਹੋਰ ਜਾ ਕੇ ਫੋਰਨ ਸੈਟਲ ਹੋਣਾ ਪਸੰਦ ਕਰਦੇ ਆ ਕਈ ਬੱਚੇ, ਕਈ ਪੰਜਾਬ 'ਚ ਨਹੀਂ ਰਹਿਣਾ ਪਸੰਦ ਕਰਦੇ। ਬਹੁਤ ਸਾਰੇ ਬੱਚੇ ਜਿਹੜੇ ਪੜ੍ਹਾਈ ਵਾਸਤੇ ਬਾਹਰ ਚਲੇ ਗਏ, ਉਹਨਾਂ ਨੇ ਗੋਰਿਆਂ ਦੇ ਨਾਲ ਵਿਆਹ ਕਰਾ ਲਿਆ ਹੈ ਨਾ, ਜਾਂ ਗੋਰੀਆਂ ਦੇ ਨਾਲ ਵਿਆਹ ਕਰਾ ਲਿਆ, ਉਹਨਾਂ ਨੂੰ ਉਹਨਾਂ ਦਾ ਕਲਚਰ ਚੰਗਾ ਲੱਗਦਾ ਆ, ਰਾਈਟ। ਦੱਸੋ ਡਿਫਰੈਂਟ ਵਿਚਾਰਧਾਰਾ ਹਰ ਇੱਕ ਬੰਦੇ ਦੀ, ਹਰ ਇੱਕ ਘਰ ਦਾ ਡਿਫਰੈਂਟ ਵਿਚਾਰਧਾਰਾ ਆ। ਕਿਸੇ ਘਰ ਦੇ ਵਿੱਚ ਅੱਜ ਵੀ ਸਿਆਣੇ ਡਿਸੀਜਨ ਮੇਕਿੰਗ ਕਰਦੇ ਨੇ, ਕਿਸੇ ਘਰ ਦੇ ਵਿੱਚ ਸਾਰੇ ਆਪ ਹੁਦਰੇ ਨੇ। ਸੋ ਇਟਸ ਜਸਟ ਸਾਰਿਆਂ ਦਾ ਡਿਫਰੈਂਟ ਬਿਹੇਵੀਅਰ ਹੁੰਦਾ ਹੈ। ਇਹ ਤੁਹਾਡੀ ਆਪਣੀ ਵਿਚਾਰਧਾਰਾ ਹੁੰਦੀ ਹੈ। ਕਿਸੇ ਵਿਚਾਰਧਾਰਾ ਦੇ ਵਿੱਚ ਹੁੰਦਾ ਹੈ ਕਿ ਤੁਹਾਨੂੰ ਫਿਲਮਾਂ 'ਚ ਕੰਮ ਨਹੀਂ ਕਰਨ ਦਿੱਤਾ ਜਾਂਦਾ ਕਈ ਫੈਮਲੀਜ਼ ਦੇ ਵਿੱਚ, ਜਿਵੇਂ ਕਿ ਫੋਰ ਐਗਜ਼ਾਮਪਲ ਮੇਰੀ ਫੈਮਿਲੀ ਸੀਗੀ, ਮੈਂ ਮੰਨਦੀ ਹਾਂ ਮੇਰੇ ਫਾਦਰ ਸਾਹਿਬ ਇਹੋ ਜਿਹੇ ਨਹੀਂ ਸੀਗੇ। ਮੇਰੇ ਫਾਦਰ ਸਾਹਿਬ ਬਹੁਤ ਹੀ ਬਰੋਡ ਮਾਈਂਡਡ ਸੀਗੇ, ਹੈ ਨਾ, ਉਹ ਬਹੁਤ ਪੜ੍ਹੇ ਲਿਖੇ ਸੀਗੇ ਔਰ ਉਹਨਾਂ ਵਾਸਤੇ ਮੁੰਡਿਆਂ ਨੂੰ ਅਤੇ ਕੁੜੀਆਂ ਨੂੰ ਇਕੁਅਲ ਮਤਲਬ ਟਰੀਟ ਕਰਨਾ ਚਾਹੀਦਾ ਆ। ਉਹਨਾਂ ਦੀ ਇਹ ਥਿੰਕਿੰਗ ਸੀਗੀ ਕਿ ਕੁੜੀਆਂ ਵੀ ਕਿਸੇ ਵੱਲੋਂ ਘੱਟ ਨਹੀਂ ਹੁੰਦੀਆਂ, ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਕੁੜੀਆਂ ਨੂੰ ਵੀ। ਸੋ ਬਾਕੀ ਬਟ ਮੇਰੀ ਜਿਹੜੀ ਬਾਕੀ ਦੀ ਫੈਮਿਲੀ ਉਹ ਗੱਲ ਨਹੀਂ, ਇਹ ਗੱਲ ਸੋਚ ਦੇ ਮਾਲਕ ਹੈਗੇ ਉਸ ਚੀਜ਼ ਨੂੰ। ਉਹ ਮੇਰੀ ਫਿਲਮਾਂ ਵਾਸਤੇ ਵੀ ਖੁਸ਼ ਨਹੀਂ ਸੀਗੇ ਕਿ ਮੈਂ ਫਿਲਮਾਂ ਦੇ ਵਿੱਚ ਆ ਰਹੀ ਹਾਂ। ਉਹਨਾਂ ਨੂੰ ਇਹੀ ਲੱਗਦਾ ਸੀਗਾ ਜੋ ਸਾਡੇ ਪਿੰਡਾਂ ਦੇ ਵਿੱਚ ਇੱਕ ਕਲਚਰ ਹੁੰਦਾ ਵੀ ਜੱਟਾਂ ਦੀ ਕੁੜੀ ਕਿੱਥੇ ਜਿਹੜਾ ਇੱਕ ਤੁਸੀਂ ਕਹਿੰਦੇ ਹੋ ਪ੍ਰੋਫੈਸ਼ਨ ਹੈ ਨਾ, ਉਹਦੇ ਵਿੱਚ ਜਾ ਰਹੀ ਹੈ। ਬਟ ਮੈਂ ਇਹ ਮੰਨਦੀ ਹਾਂ ਵੀ ਕਲਾਕਾਰੀ ਕਿਸੇ ਵੀ ਤਰੀਕੇ ਦੀ, ਕੋਈ ਐਕਟਿੰਗ ਕਰਨੀ, ਕਿਸੇ ਦੀ ਵੀ ਐਕਟਿੰਗ, ਕਿਸੇ ਵੀ ਰੋਲ ਨਿਭਾਉਣਾ, ਕੱਲ ਨੂੰ ਮੈਂ ਕਿਸੇ ਦਾ ਵੀ ਰੋਲ ਕਰ ਸਕਦੀ ਹਾਂ। ਮੈਂ ਬੇਨਜ਼ੀਰ ਭੁੱਟੋ ਦਾ ਰੋਲ ਕਰ ਸਕਦੀ, ਬਾਇਓਪਿਕ ਕਰ ਸਕਦੀ ਹਾਂ ਉਹਦੀ, ਮੈਂ ਇੰਦਰਾ ਗਾਂਧੀ ਦਾ ਕਰ ਸਕਦੀ, ਜਾਂ ਮੈਂ ਕਿਸੇ ਵੈਸ਼ਿਆ ਦਾ ਰੋਲ ਕਰ ਸਕਦੀ। ਉਹਨੇ ਫਿਲਮ ਨਹੀਂ, ਮੈਂ ਇੱਕ ਚੀਜ਼ ਨੂੰ ਇਹਨੂੰ ਇਸ ਕਰਕੇ ਐਕਸਪਲੇਨ ਕਰਨਾ ਚਾਹੁੰਦੀ ਸੀ ਕਿ ਮੈਂ ਪਤਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਨਾ ਮੇਰੇ ਫਿਲਮੀ ਕੈਰੀਅਰ ਦੇ ਨਾਲ ਵੀ ਜੁੜੀਆਂ ਹੋਈਆਂ ਇਸ ਅੰਦੋਲਨ ਦੀਆਂ, ਠੀਕ ਆ। ਬਹੁਤ ਸਾਰੇ ਲੋਕੀ ਮੇਰੀਆਂ ਫੋਟੋਆਂ ਚੱਕ ਕੇ ਸਾਊਥ ਦੀਆਂ ਫਿਲਮਾਂ ਦੀਆਂ ਚੱਕ ਕੇ ਪਾਉਂਦੇ ਨੇ, ਹੈ ਨਾ। ਬਹੁਤ ਸਾਰੇ ਲੋਕੀ ਮੇਰੀ ਬਿਕਨੀ ਪਿਕਚਰਸ ਪਾਉਂਦੇ ਨੇ, ਹੈ ਨਾ। ਮੈਂ ਉਸ ਗੱਲ ਦੇ ਉੱਤੇ ਬਸ ਇਹ ਗੱਲ ਕਹਿਣਾ ਚਾਹੁੰਦੀ ਹਾਂ ਵੀ ਮੈਂ ਇੱਕ ਕਲਾਕਾਰ ਹਾਂ। ਇੱਕ ਕਲਾਕਾਰ ਇੱਕ ਵੈਸ਼ਿਆ ਦਾ ਰੋਲ ਵੀ ਕਰ ਸਕਦੀ ਹੈ, ਇੱਕ ਕਲਾਕਾਰ ਇੱਕ ਪੋਲੀਟੀਸ਼ੀਅਨ ਦਾ ਰੋਲ ਵੀ ਨਿਭਾ ਸਕਦੀ ਹੈ, ਇੱਕ ਕਲਾਕਾਰ ਕਿਸੇ ਵੀ ਤਰੀਕੇ ਦਾ ਰੋਲ ਨਿਭਾ ਸਕਦੀ ਹੈ। ਅਸੀਂ ਨੁੱਕਰ ਨਾਟਕ ਕਰਦੇ ਸੀਗੇ ਪਹਿਲੋਂ, ਜਦੋਂ ਐਡਾ ਵੱਡਾ ਵਾਈਡਰ ਸਕੇਲ ਤੇ ਸਿਨੇਮਾ ਨਹੀਂ ਹੋਇਆ ਸੀਗਾ। ਉਦੋਂ ਤੁਸੀਂ ਕਿਸੇ ਜਿਵੇਂ ਅੱਜ ਹੁਣ ਨੁੱਕਰ ਨਾਟਕ ਸਟੇਜਾਂ ਦੇ ਉੱਤੇ ਵੀ ਹੁੰਦੇ, ਕੋਈ ਮੋਦੀ ਬਣਦਾ ਆ, ਕੋਈ ਬਣਦਾ ਆ, ਅਸੀਂ ਕਿਸੇ ਵੀ ਤਰੀਕੇ ਦਾ ਰੋਲ ਪਲੇ ਕਰ ਸਕਦੇ ਹਾਂ। ਸੋ ਉਸ ਚੀਜ਼ ਨੂੰ ਮੇਰੀ ਪਰਸਨਲ, ਮੈਂ ਬਸ ਇਹ ਕਹਿਣਾ ਚਾਹੁੰਦੀ ਹਾਂ, ਉਸ ਚੀਜ਼ ਨੂੰ ਮੇਰੀ ਪਰਸਨਲ ਜੋ ਪਰਸਨਲ ਸੋਨੀਆ ਮਾਨ ਅੱਜ ਤੁਹਾਡੇ ਨਾਲ ਗੱਲ ਕਰ ਰਹੀ ਆ, ਪਰਸਨਲ ਚੀਜ਼ ਦੇ ਨਾਲ ਰਿਲੇਟ ਨਾ ਕਰਨ। ਕਿਉਂਕਿ ਪਰਸਨਲ ਚੀਜ਼ ਦੇ ਵਿੱਚ ਮੈਂ ਅੱਜ ਮੇਰੀ ਥਿੰਕਿੰਗ ਆ, ਮੇਰਾ ਜੀ ਕਰਦਾ ਮੈਂ ਹੈਲਪ ਕਰਾਂ। ਇਟਸ ਨਾਟ ਅਬਾਊਟ ਕਿਸਾਨ ਅੰਦੋਲਨ। ਉਸ ਤੋਂ ਪਹਿਲੋਂ ਵੀ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੋਈਆਂ ਜਿੱਥੇ ਮੇਰਾ ਜੀ ਕਰਦਾ ਮੈਂ ਉੱਥੇ ਹੈਲਪ ਕਰਦੀ ਹਾਂ, ਔਰ ਮੈਂ ਉੱਥੇ ਸਟੈਂਡ ਵੀ ਕਰਦੀ ਹਾਂ। ਉਹਦੇ ਵਿੱਚ ਮੇਰਾ ਕੋਈ ਇਹ ਚੀਜ਼ ਨਹੀਂ ਹੈਗੀ। ਔਰ ਜਿੱਥੇ ਗੱਲ ਤੁਸੀਂ ਕਹੀ ਕਾਮਰੇਡੀ ਦੀ, ਮੈਂ ਉਸ ਗੱਲ ਦੇ ਉੱਤੇ ਆਉਂਦੀ ਹਾਂ। ਵੇਖੋ ਕਾਮਰੇਡ ਵਿਚਾਰਧਾਰਾ ਦੇ ਵਿੱਚ ਸਿੱਖੀਜ਼ਮ ਦਾ ਕੋਈ ਲੈਣਾ ਦੇਣਾ ਨਹੀਂ ਉਹਦਾ ਆਪਸ ਦੇ ਵਿੱਚ, ਕਿਉਂਕਿ ਮੈਂ ਸਿੱਖੀਜ਼ਮ ਨੂੰ ਬਿਲੋਂਗ ਕਰਦੀ ਹਾਂ, ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ। ਮੇਰੇ ਗ੍ਰੈਂਡਫਾਦਰ ਨੇ ਅੰਮ੍ਰਿਤ ਛਕਿਆ ਸੀਗਾ, ਮੇਰੇ ਗ੍ਰੈਂਡ ਮਦਰ ਨੇ ਅੰਮ੍ਰਿਤ ਛਕਿਆ ਸੀਗਾ। ਸੋਚੋ ਉਹਨਾਂ ਦੇ ਜਿਹੜੇ ਬੇਟੇ ਹੋਏ ਆ, ਬਾਕੀ 3 ਬੇਟੇ ਜਿਹੜੇ ਆ ਉਹ ਅਲੱਗ ਨੇ। ਮੇਰੇ ਫਾਦਰ ਦੀ ਅਲੱਗ ਥਿੰਕਿੰਗ ਆ, ਉਹਨਾਂ ਨੂੰ ਕਮਿਊਨਿਜ਼ਮ ਚੰਗਾ ਲੱਗਾ, ਉਹਨਾਂ ਨੇ ਲੈਨਨ ਪੜ੍ਹਿਆ, ਉਹਨਾਂ ਨੇ ਮਾਰਕਸ ਪੜ੍ਹਿਆ। ਇਹ ਤੇ ਪੜ੍ਹਨ ਤੇ ਆ ਨਾ ਉਹਨਾਂ ਦੀ ਆਪਣੀ ਥਿੰਕਿੰਗ। ਮਾਰਕਸ ਮੈਂ ਵੀ ਪੜ੍ਹਿਆ, ਠੀਕ ਆ। ਮੈਂ ਨਾਲ ਸਿੱਖ ਹਿਸਟਰੀ ਪੜ੍ਹੀ। ਨਹੀਂ, ਸਿੱਖ ਹਿਸਟਰੀ ਮੇਰੇ ਫਾਦਰ ਨੇ ਵੀ ਪੜ੍ਹੀ। ਮੇਰੇ ਫਾਦਰ ਨੇ ਕਦੋਂ ਕਿਹਾ ਕਿ ਉਹ ਕਾਮਰੇਡ ਤਾਂ ਮੰਨੇ ਜਾਂਦੇ ਨੇ ਵੀ ਉਹ ਹਿਸਟਰੀ ਜਿੰਨੀ ਉਹ ਪੜ੍ਹਦੇ ਨੇ ਨਹੀਂ ਪੜ੍ਹਦਾ ਕੋਈ ਹੋਰ ਨਹੀਂ ਪੜ੍ਹਦਾ। ਹਾਂ, ਹੁਣ ਮੇਰੇ ਫਾਦਰ ਸਾਹਿਬ ਨੇ ਸਿੱਖੀਜ਼ਮ ਵੀ ਪੜ੍ਹਿਆ ਆ। ਮੇਰੇ ਫਾਦਰ ਸਾਹਿਬ ਨੇ ਮੇਰੇ ਫਾਦਰ ਸਾਹਿਬ ਜੇਲ੍ਹ ਦੇ ਵਿੱਚ ਰਹਿ ਕੇ 20 ਦਿਨਾਂ ਦੇ ਵਿੱਚ ਉਹਨਾਂ ਨੇ ਗਿਆਨੀ ਵੀ ਕੀਤੀ ਸੀਗੀ, ਟੌਪਰ ਸੀਗੇ ਉਹ, ਮਤਲਬ ਡਬਲ ਐਮ ਨੇ ਇੰਗਲਿਸ਼ ਵੀ ਕੀਤੀ। ਮਤਲਬ ਹੀ ਵਾਜ਼ ਅ ਵੈਰੀ ਇੰਟੈਲੀਜੈਂਟ ਪਰਸਨ। ਉਹ ਬੰਦਾ ਹਰਾਵਲ ਦਸਤਾ ਮੈਗਜ਼ੀਨ ਕੱਢਦਾ ਸੀਗਾ। ਹੀ ਵਾਜ਼ ਅ ਐਡੀਟਰ ਆਫ ਹਰਾਵਲ ਦਸਤਾ ਗਵਰਨਮੈਂਟ ਦੇ ਅਗੇਂਸਟ ਦੈਟ ਮੂਵਮੈਂਟ ਆਫ ਟਾਈਮ। ਦੇਖੋ ਗੱਲ ਸੁਣ, ਤੁਸੀਂ ਕਿਹਾ ਤੁਸੀਂ ਕਾਮਰੇਡ ਪਰਿਵਾਰ ਤੋਂ, ਤੁਸੀਂ ਕਿਹਾ ਵੀ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਮੇਰੀ ਜਿਹੜੀ ਪਰਵਰਿਸ਼ ਆ ਉਹ ਮੇਰੇ ਮਾਸਟਰ ਜੀ ਨੇ ਕੀਤੀ। ਮਾਸਟਰ ਜੀ ਸਾਡੇ ਸਿੱਖਾਂ ਦੀ ਬਹੁਤ ਮਹਾਨ ਹਸਤੀ, ਜਿਨ੍ਹਾਂ ਅਸੀਂ ਕਹਿ ਸਕਦੇ ਹਾਂ ਸਾਡੇ ਵਾਸਤੇ ਬਹੁਤ ਸਤਿਕਾਰਯੋਗ ਨੇ। ਜਨਰਲ ਸਵੇਗ ਸਿੰਘ ਜੀ ਉਹਨਾਂ ਦੇ ਭਰਾ ਨੇ, ਉਹਨਾਂ ਨੇ ਤੁਹਾਡੀ ਪਰਵਰਿਸ਼ ਕੀਤੀ। ਫਿਰ ਤੁਹਾਨੂੰ ਇਹ ਕਿਉਂ ਮਤਲਬ ਇਹੋ ਜਿਹਾ ਕੁਝ ਸਹਿਣਾ ਪੈਂਦਾ ਹੈ? ਫਿਰ ਕੀ ਕਾਰਨ ਹੈ ਵੀ ਤੁਸੀਂ ਜਾਂ ਤਾਂ ਤੁਸੀਂ ਨਹੀਂ ਸਹੀ ਢੰਗ ਨਾਲ ਸਿੱਖੀ ਨੂੰ ਉਹ ਕਰ ਸਕੇ ਅੱਗੇ, ਜਾਂ ਐਕਸਪਲੇਨ ਨਹੀਂ ਕਰ ਸਕੇ ਤੁਸੀਂ ਆਪਣੇ ਬਾਰੇ ਕੁਝ? ਮੇਰੀ ਗੱਲ ਸੁਣੋ, ਮੈਨੂੰ ਨਾ ਆਪਣੇ ਬਾਰੇ ਕੁਝ ਐਕਸਪਲੇਨ ਕਰਨਾ ਵੀ ਨਹੀਂ ਆ, ਰਾਈਟ। ਮੇਰਾ ਬਸ ਇਹ ਆ ਵੀ ਕਰਮ ਕਰੋ, ਭੁੱਲ ਜਾਓ, ਠੀਕ ਆ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹਾਂ, ਮੈਨੂੰ ਲੋਕਾਂ ਨੂੰ ਦਿਖਾਉਣ ਦੀ ਲੋੜ ਨਹੀਂ, ਠੀਕ ਆ।
ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਦੀ ਹਾਂ, ਮੈਨੂੰ ਵਿਖਾਉਣ ਦੀ ਲੋੜ ਨਹੀਂ। ਲੋਕਾਂ ਨੇ ਮੇਰੀ ਫੋਟੋਆਂ ਚੱਕ ਕੇ ਸਾਈਂ ਜੀ ਦੇ ਮੈਂ ਮੱਥਾ ਟੇਕਿਆ ਜਾਂ ਉਹਨਾਂ ਨੇ ਮੈਨੂੰ ਸੱਦਿਆ, ਮੈਂ ਕਲਾਕਾਰ ਹਾਂ ਹੈ ਨਾ, ਮੈਨੂੰ ਸਾਰੇ ਕਿਤੇ ਸੱਦਦੇ ਨੇ, ਮੈਨੂੰ ਇਨਵੀਟੇਸ਼ਨਸ ਆਉਂਦੇ ਨੇ, ਦਰਬਾਰ ਦੇ ਉੱਤੇ ਵੀ ਆਉਂਦੇ ਨੇ, ਮੈਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਆਉਂਦੇ ਨੇ, ਹਰ ਜਗ੍ਹਾ ਤੇ ਬੁਲਾਉਂਦੇ ਨੇ ਹੈ ਨਾ, ਮਾਨ ਸਤਿਕਾਰ ਦਿੰਦੇ ਨੇ ਸਾਰੇ ਜਾਣੇ। ਹੁਣ ਮੈਂ ਸਾਰੇ ਕਿਤੇ ਜਾਊਂਗੀ, ਮੈਂ ਸਾਰਿਆਂ ਦੀ ਰਿਸਪੈਕਟ ਕਰੂੰਗੀ, ਕਿਉਂਕਿ ਜੋ ਸਾਡੇ ਗੁਰੂ ਸਾਹਿਬ ਨੇ ਕਿਹਾ ਆ ਵੀ ਤੁਸੀਂ ਸਾਰਿਆਂ ਦੀ ਇੱਜ਼ਤ ਕਰੋ, ਭਾਵੇਂ ਉਹ ਛੋਟਾ ਹੋਵੇ ਵੱਡਾ ਹੋਵੇ ਬਜ਼ੁਰਗ ਹੋਵੇ, ਸਾਰਿਆਂ ਦੀ ਰਿਸਪੈਕਟ ਕਰੋ। ਲੋਕਾਂ ਨੇ ਮੇਰੀ ਸਾਈਂ ਜੀ ਦੇ ਨਾਲ ਫੋਟੋ, ਉਹਨਾਂ ਦੇ ਦਰਬਾਰ 'ਚ ਉਹਨਾਂ ਨੇ ਮੈਨੂੰ ਸੱਦਿਆ ਸੀਗਾ, ਉੱਥੇ ਮੈਂ ਬੈਠੀ ਹਾਂ, ਉਹ ਫੋਟੋਆਂ ਚੱਕ ਕੇ ਵੀ ਅੱਛਾ ਵੀ ਇਹ ਡੇਰਿਆਂ ਤੇ ਜਾਂਦੀ ਆ। ਮੈਂ ਸਿਰਫ ਇੱਕ ਗੱਲ ਦਾ ਆਨਸਰ ਦੇਣਾ ਚਾਹੁੰਦੀ ਹਾਂ, ਸੋਨੀਆ ਮਾਨ ਹਰ ਕਿਤੇ ਜਾਂਦੀ ਆ, ਮੁਸਲਿਮ ਦਰਬਾਰ ਦੇ ਵਿੱਚ ਵੀ ਜਾਂਦੀ ਆ, ਗੁਰਦੁਆਰਾ ਸਾਹਿਬ ਵੀ ਜਾਂਦੀ ਆ, ਹਿੰਦੂ ਦੇ ਮੰਦਿਰ 'ਚ ਵੀ ਮੱਥਾ ਟੇਕਦੀ ਆ। ਮੈਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੀ ਹਾਂ ਔਰ ਸਾਰੇ ਧਰਮਾਂ ਦੀ ਰਿਸਪੈਕਟ ਕਰਦੀ ਰਹੂੰਗੀ। ਬਟ ਹਾਂ, ਜਿਹੜੀ ਮੇਰੀ ਖੁਦ ਦੀ ਵਿਚਾਰਧਾਰਾ ਆ, ਰਿਸਪੈਕਟ ਕਰਨਾ ਇੱਕ ਵੱਖਰੀ ਗੱਲ ਹੁੰਦੀ ਆ, ਮੇਰੀ ਖੁਦ ਦੀ ਜੋ ਵਿਚਾਰਧਾਰਾ ਹੈ ਉਹ ਆ ਗੁਰੂ ਮਾਨਿਓ ਗ੍ਰੰਥ ਸਭ ਸਿੱਖਾਂ ਕੋ ਹੁਕਮ ਹੈ, ਉਹ ਮੈਂ ਮੰਨਦੀ ਆ, ਮੈਂ ਪਾਠ ਕਰਦੀ ਆ, ਠੀਕ ਆ। ਮੈਂ ਆਪਣੇ ਗੁਰਦੁਆਰਾ ਸਾਹਿਬ ਜੋ ਮੈਂ ਆਪਣਾ ਮੰਗਣਾ ਹੁੰਦਾ ਮੈਂ ਉੱਥੋਂ ਮੰਗਦੀ ਆ। ਮੱਥੇ ਜਿੱਥੇ ਮਰਜ਼ੀ ਤੁਸੀਂ ਟੇਕ ਲਓ, ਰਿਸਪੈਕਟ ਤੁਸੀਂ ਸਾਰਿਆਂ ਦੀ ਕਰੋ, ਪਰ ਜੋ ਮੈਂ ਧਰਮ ਦੇ ਵਿੱਚ ਮੇਰਾ ਜੋ ਮੇਰਾ ਇੱਕ ਪਿਛੋਕੜ ਆ, ਜੋ ਜਿਸ ਫੈਮਿਲੀ ਨੂੰ ਮੈਂ ਬਿਲੋਂਗ ਕਰਦੀ ਆ, ਮੈਂ ਕਹਿੰਦੀ ਹਾਂ ਮੇਰੇ ਫਾਦਰ ਸਾਹਿਬ ਵੀ ਸਿੱਖੀ ਨੂੰ ਮੰਨਦੇ ਸੀਗੇ, ਮੇਰੇ ਫਾਦਰ ਸਾਹਿਬ ਵੀ ਗੋਲਡਨ ਟੈਂਪਲ ਜਾਂਦੇ ਸੀਗੇ, ਸਾਡਾ ਪਰਿਵਾਰ ਸਾਰਾ ਗੋਲਡਨ ਟੈਂਪਲ ਜਾਂਦਾ ਆ। ਮੇਰੇ ਮੈਂ ਦੱਸਿਆ ਜਿਵੇਂ ਮੇਰੇ ਗ੍ਰੈਂਡ ਮਦਰ ਨੇ ਗ੍ਰੈਂਡ ਫਾਦਰ ਨੇ ਅੰਮ੍ਰਿਤ ਛਕਿਆ ਹੋਇਆ ਸੀਗਾ, ਮੇਰੇ ਮਾਸਟਰ ਜੀ ਦਾ ਤੁਸੀਂ ਐਗਜ਼ਾਮਪਲ ਚੁੱਕ ਕੇ ਸਾਡੀ ਤੇ ਫੈਮਿਲੀ ਸਾਰੀ ਬਹੁਤ ਜ਼ਿਆਦਾ ਮੈਂ ਕਹਿ ਸਕਦੀ ਹਾਂ ਕਿ ਗੁਰੂ ਨੂੰ ਮੰਨਣ ਵਾਲੀ ਹੈ ਨਾ। ਮੇਰੇ ਨਾਨਕੇ ਹੋ ਗਏ ਸਾਰੇ, ਰਾਈਟ। ਇਸੇ ਕਰਕੇ ਮੇਰੇ ਪਾਪਾ ਤੋਂ ਬਾਅਦ ਮੇਰੇ ਮਾਸਟਰ ਜੀ ਮੈਨੂੰ ਬਹੁਤ ਪਿਆਰ ਕਰਦੇ, ਮੇਰੇ ਮਾਸੀ ਬਹੁਤ ਪਿਆਰ ਕਰਦੇ ਹਨ। ਮੇਰੇ ਮੰਮਾ ਦੋਨੋਂ ਰੀਅਲ ਸਿਸਟਰ ਇੱਕੋ ਸ਼ਹਿਰ ਦੇ ਵਿੱਚ ਵਿਆਹੀਆਂ ਸੀਗੀਆਂ, ਸੋ ਬਹੁਤ ਜ਼ਿਆਦਾ ਕਲੋਜ਼। ਮਾਸੀ ਵੱਡੀ ਸਿਸਟਰ ਆ ਮੇਰੇ ਮੰਮਾ ਤੋਂ, ਜਿਹੜੇ ਉਹਨਾਂ ਦੇ ਘਰੇ ਵਿਆਹੇ ਨੇ। ਸੋ ਉਹਨਾਂ ਨੇ ਮੈਨੂੰ ਮੰਮਾ ਪਾਪਾ ਵਰਗਾ ਹੀ, ਵੱਡੇ ਮੰਮਾ ਉਹਨਾਂ ਨੂੰ ਕਹਿੰਦੀ, ਵੱਡੇ ਪਾਪਾ ਉਹਨਾਂ ਨੂੰ ਕਹਿੰਦੀ ਆ। ਮੇਜਰ ਜਨਰਲ ਸ਼ਬੀਕ ਸਿੰਘ ਨੂੰ ਵੱਡੇ ਪਾਪਾ ਕਹਿੰਦੀ ਸੀਗੀ। ਸੋ ਸਾਰੇ ਸਾਡੀ ਇੱਕ ਫੈਮਿਲੀ ਆ, ਉਹਦੇ ਵਿੱਚ ਇਹ ਜਿਹੀ ਕੋਈ ਗੱਲ ਨਹੀਂ ਹੈਗੀ ਵੀ ਅਸੀਂ ਇੱਕ ਦੂਜੇ ਤੋਂ ਅੱਡ ਆ, ਅਸੀਂ ਇੱਕ ਦੂਜੇ ਤੋਂ ਅੱਡ ਨਹੀਂ ਹੈਗੇ, ਆਪਾਂ ਸਾਰੇ ਸਿੱਖੀ ਨੂੰ ਮੰਨਦੇ ਆ। ਬਟ ਹਾਂ, ਵਿਚਾਰਧਾਰਾ ਦੇ ਵਿੱਚ ਹਾਂ, ਪਾਪਾ ਨੇ ਇਹ ਨਹੀਂ ਕਿਹਾ ਕਦੀ ਮੇਰੇ ਪਾਪਾ ਦੀ ਇੱਕ ਵੀ ਸਪੀਚ ਕੱਢ ਕੇ ਦੇਖ ਲਓ, ਮੇਰੇ ਪਾਪਾ ਦੀ ਕਿਤੇ ਵੀ ਇੱਕ ਸਪੀਚ ਕੱਢੀ ਹੋਵੇ ਜਿੱਥੇ ਮੇਰੇ ਪਾਪਾ ਨੇ ਇਹ ਗੱਲ ਕਹੀ ਹੋਵੇ ਕਿ ਮੈਂ ਸਿੱਖੀ ਨੂੰ ਨਹੀਂ ਮੰਨਦਾ, ਕਿਤੇ ਇੱਕ ਵੀ ਸਪੀਚ ਕੱਢ ਕੇ ਵੇਖ ਲਓ ਜੋਗਿੰਦਰ ਉਗਰਾਹਾਂ ਦੀ, ਜਿੱਥੇ ਉਹਨਾਂ ਨੇ ਕਿਹਾ ਮੈਂ ਸਿੱਖੀ ਨੂੰ ਨਹੀਂ ਮੰਨਦਾ। ਉਹਨਾਂ ਦੇ ਤੇ ਖੁਦ ਜਿਹੜੇ ਜਿਨ੍ਹਾਂ ਦੀ ਬੇਟੀਆਂ ਨਾਲ ਉਹਨਾਂ ਨੇ ਵਿਆਹ ਹੋਏ, ਉਹਨਾਂ ਨੇ ਅੰਮ੍ਰਿਤ ਛਕੇ ਹੋਏ ਨੇ, ਉਹਨਾਂ ਦੇ ਖੁਦ ਦੇ ਦਫ਼ਤਰ ਤੁਸੀਂ ਆਪਣਾ ਦੱਸੋ, ਉਹਨਾਂ ਦੀ ਗੱਲ ਉਹਨਾਂ ਦੇ ਨਾਲ ਜ਼ਰੂਰ ਕਰਾਂਗੇ। ਨਹੀਂ, ਉਹਨਾਂ ਦੀ ਗੱਲ ਤੁਸੀਂ ਉਹਨਾਂ ਨਾਲ ਕਰੋਗੇ, ਬਟ ਵਿਚਾਰਧਾਰਾ ਸੇਮ ਆ ਨਾ ਮੇਰੇ ਫਾਦਰ ਨਾਲ ਦੀ, ਉਹਨਾਂ ਦੀ ਜੋਗਿੰਦਰ ਉਗਰਾਹਾਂ ਦੀ ਸੇਮ ਆ। ਉਹਨਾਂ ਨੇ ਅੱਜ ਤੱਕ ਨਹੀਂ ਕਿਹਾ ਕਿ ਉਹ ਸਿੱਖੀ ਨੂੰ ਨਹੀਂ ਮੰਨਦੇ, ਉਹ ਵੀ ਸਿੱਖੀ ਨੂੰ ਮੰਨਦੇ। ਕਿਸਾਨੀ ਅੰਦੋਲਨ ਦੀ ਗੱਲ ਕੀਤੀ ਵੀ ਕਿਸਾਨੀ ਅੰਦੋਲਨ ਜਿਹੜਾ ਉਹਦੇ ਚ ਸਿੱਖਾਂ ਦਾ ਐਡਾ ਵੱਡਾ ਯੋਗਦਾਨ ਨਹੀਂ, ਤੁਸੀਂ ਨਹੀਂ ਮੈਂ ਆ ਨਹੀਂ ਕਿਹਾ, ਨਹੀਂ ਮੈਂ ਆ ਬਿਲਕੁਲ ਨਹੀਂ ਕਿਹਾ ਸਿੱਖਾਂ ਦਾ ਯੋਗਦਾਨ ਨਹੀਂ। ਮੈਂ ਕਿਹਾ ਪੰਜਾਬ ਤੋਂ ਨਾ, ਮੈਂ ਮੇਰੀ ਗੱਲ ਸੁਣੋ, ਤੁਸੀਂ ਗੱਲ ਨੂੰ ਨਾ ਮੋਤਰੋੜ ਨਾ ਕਰੋ, ਠੀਕ ਆ। ਮੈਂ ਤੁਹਾਨੂੰ ਕਿਹਾ ਵੀ ਪੰਜਾਬ ਦੇ ਵਿੱਚ ਸਿੱਖ ਵੀ ਰਹਿੰਦੇ ਨੇ, ਹਿੰਦੂ ਵੀ ਰਹਿੰਦੇ ਨੇ, ਮੁਸਲਿਮ ਵੀ ਰਹਿੰਦੇ ਨੇ, ਸਾਰੇ ਧਰਮ ਦੇ ਲੋਕੀ ਰਹਿੰਦੇ ਨੇ। ਨਹੀਂ, ਮੈਂ ਤੁਹਾਨੂੰ ਸਵਾਲ ਕੀਤਾ ਸੀ, ਮੈਂ ਇਹ ਕੀਤਾ ਸੀ ਵੀ ਕੀ ਕਾਰਨ ਹੈ ਵੀ ਜਦੋਂ ਕਿ ਜਿਹੜਾ ਇਹ ਅੰਦੋਲਨ ਸ਼ੁਰੂ ਹੋਇਆ ਸੀ, ਜਦੋਂ ਲੋਕ ਇੱਥੋਂ ਦਿੱਲੀ ਨੂੰ ਗਏ ਨੇ, ਉਹ ਜਿਹੜੀ ਭਾਵਨਾ ਨਾਲ ਗਏ ਨੇ, ਉਹ ਭਾਵਨਾ ਕਿਸੇ ਲੈਨਨ ਨੂੰ ਪੜ੍ਹ ਕੇ ਨਹੀਂ ਗਏ, ਉਹ ਭਾਵਨਾ ਮਾਰਕਸ ਨੂੰ ਪੜ੍ਹਨ ਵਾਲੀ ਨਹੀਂ ਸੀ। ਉਹ ਭਾਵਨਾ ਸੀ ਬਾਬਾ ਬਘੇਲ ਸਿੰਘ, ਉਹਨਾਂ ਨੇ ਮੌਕੇ ਤੇ ਪੜ੍ਹਿਆ ਜਾਂ ਲਾ ਲਓ ਵੀ ਉਹਨਾਂ ਦਿਨਾਂ ਦੇ ਵਿੱਚ ਕੋਈ ਐਡੀ ਸਾਡੇ ਲੋਕਾਂ ਦੇ ਵਿੱਚ ਇਹ ਆਈ ਵੀ ਉਹ ਆਪਣੇ ਪਿਛੋਕੜ ਨੂੰ ਜਾਣਨ ਲੱਗੇ। ਉਹਨਾਂ ਨੇ ਵੀ ਅਸੀਂ ਤਾਂ ਦਿੱਲੀ ਫਤਿਹ ਕਰ ਲੈਣੇ, ਸਾਡੇ ਤਾਂ ਵੱਡੇ ਬੜੇਰਿਆਂ ਨੇ ਦਿੱਲੀ ਫਤਿਹ ਕੀਤੀ, ਉਸ ਭਾਵਨਾ ਨਾਲ ਗਏ ਨੇ। ਦਿੱਲੀ ਫਤਿਹ ਕਰਨ ਵਾਸਤੇ ਕੋਈ ਨਹੀਂ ਗਿਆ ਸੀਗਾ, ਦਿੱਲੀ ਫਤਿਹ ਮੈਂ ਭਾਵਨਾ ਦੀ ਗੱਲ ਕਰਦਾ, ਉਹ ਭਾਵਨਾ ਨਾਲ ਗਏ ਨੇ। ਨਹੀਂ, ਉਹ ਭਾਵਨਾ ਨਾਲ ਨਹੀਂ ਗਏ ਸੀਗੇ ਲੋਕੀ। ਜੇ ਉਹ ਭਾਵਨਾ ਨਾਲ ਨਹੀਂ ਗਏ ਤਾਂ ਲੱਖਾਂ ਲੋਕ ਲਾਲ ਕਿਲੇ ਤੇ ਕੀ ਕਰ ਰਹੇ? ਲੋਕੀ ਗਏ ਸੀਗੇ ਆਪਣੇ ਬਿੱਲ ਰੱਦ ਕਰਾਉਣ ਵਾਸਤੇ, ਲੋਕੀ ਗਏ ਸੀਗੇ ਕਿ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਤੋਂ ਨਾ ਬਿਲਕੁਲ ਰੱਦ ਕਰਾਉਣ ਵਾਸਤੇ ਗਏ ਸੀ। ਉਹ ਤਿੰਨ ਬਿੱਲ ਜਿਹੜੇ, ਭਾਵਨਾ ਉਹਨਾਂ ਦੀ ਕੀ? ਮੇਰੀ ਗੱਲ ਸੁਣੋ, ਵੇਖੋ ਭਾਵਨਾ ਉਹਨਾਂ ਦੀ ਕੀ ਸੀਗੀ। ਉਹਨਾਂ ਦੀ ਭਾਵਨਾ ਇਹੀ ਆ, ਅੱਜ ਪਿੰਡਾਂ ਦੇ ਵਿੱਚ ਤੁਸੀਂ ਲੋਕਾਂ ਨਾਲ ਗੱਲ ਕਰੋਗੇ, ਉਹਨਾਂ ਦੀ ਭਾਵਨਾ ਇਹ ਹੋਈ ਆ ਵੀ ਸਾਡੇ ਬਿੱਲ ਰੱਦ ਹੋਣੇ ਚਾਹੀਦੇ। ਉਹਨਾਂ ਦੇ ਮੂੰਹ ਦੇ ਉੱਤੇ ਸਿਰਫ ਦੋ ਗੱਲਾਂ ਹੁੰਦੀਆਂ, ਸਾਡੇ ਬਿੱਲ ਰੱਦ ਹੋਣੇ ਚਾਹੀਦੇ, ਭਾਵੇਂ ਉਹ ਹਰਿਆਣਾ ਦੇ ਬਜ਼ੁਰਗ ਹੋਣ, ਭਾਵੇਂ ਸਾਡੇ ਪੰਜਾਬ ਦੇ ਬਜ਼ੁਰਗ ਹੋਣ। ਬਾਕੀ ਤੀਜੀ ਗੱਲ ਉਹਨਾਂ ਦੇ ਮੂੰਹ ਦੇ ਉੱਤੇ ਕੋਈ ਨਹੀਂ ਆਉਂਦੀ। ਉਹਨਾਂ ਦੇ ਮੂੰਹ ਦੇ ਉੱਤੇ ਸਿਰਫ ਜੇ ਆਪਣੇ ਘਰ-ਬਾਰ ਛੱਡ ਕੇ ਉੱਥੇ ਬੈਠੇ ਆ ਨਾ, ਸਾਰੇ ਆਪਣੇ ਬਿੱਲ ਰੱਦ ਕਰਾਉਣ ਵਾਸਤੇ ਬੈਠੇ ਆ, ਬਾਕੀ ਹੋਰ ਉਹਨਾਂ ਦਾ ਬੈਠੇ ਨੇ, ਬਿਲਕੁਲ ਗਏ ਵੀ ਇਸੇ ਗੱਲ ਵਾਸਤੇ ਨੇ। ਪਰ ਉਹ ਕਿਸ ਭਾਵਨਾ, ਉਹਨੂੰ ਕਿਹੜੀ ਭਾਵਨਾ ਲੈ ਕੇ ਗਈ ਜਿਨ੍ਹਾਂ ਨੇ ਐਡੀਆਂ ਵੱਡੀਆਂ ਰੋਕਾਂ ਤੋਂ? ਮੇਰੀ ਗੱਲ ਸੁਣੋ, ਵੇਖੋ ਉਹਨਾਂ ਦੀ ਭਾਵਨਾ ਜਿਹੜੀ ਆ ਆਪਣੇ ਪ੍ਰਤੀ, ਜਿਹੜੀ ਆਪਣੇ ਹੱਕਾਂ ਪ੍ਰਤੀ ਜਿਹੜੀ ਲੜਾਈ ਦੀ ਇੱਕ ਭਾਵਨਾ ਹੁੰਦੀ ਆ, ਉਹ ਆ ਉਹਨਾਂ ਦੇ ਅੰਦਰ ਭਾਵਨਾ, ਜਿਹੜੀ ਆਪਣੇ ਹੱਕਾਂ ਦੇ ਪ੍ਰਤੀ ਹੋਣੀ ਵੀ ਚਾਹੀਦੀ ਆ। ਜੇ ਅੱਜ ਅਸੀਂ ਕੋਈ ਵੀ ਤਰੀਕੇ ਦੀਆਂ ਆਪਾਂ ਬਿੱਲਾਂ ਦੀਆਂ ਮੇਨਲੀ ਬੇਸਿਕਲੀ ਗੱਲਾਂ ਕਰਦੇ, ਜੇ ਮੈਂ ਅੱਜ ਸੋਨੀਆ ਮਾਨ ਇਸ ਅੰਦੋਲਨ ਦੇ ਨਾਲ ਜੁੜੀ ਆ,
ਠੀਕ ਆ। ਮੇਰੇ ਅੰਦਰ ਕਿਹੜੀ ਭਾਵਨਾ ਸੀਗੀ? ਮੇਰੇ ਅੰਦਰ ਇਹ ਭਾਵਨਾ ਸੀਗੀ, ਮੈਂ ਇੱਕ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦੀ ਆ, ਠੀਕ ਆ। ਮੈਨੂੰ ਆਪਣੇ ਕਿਸਾਨਾਂ ਦੇ ਨਾਲ, ਆਪਣੇ ਬਜ਼ੁਰਗਾਂ ਦੇ ਨਾਲ, ਆਪਣੇ ਭਰਾਵਾਂ ਦੇ ਨਾਲ ਖਲੋਣਾ ਚਾਹੀਦਾ ਆ। ਜੇ ਮੈਂ ਇਸ ਵਕਤ ਨਹੀਂ ਖਲੋਂਗੀ ਤੇ ਮੇਰਾ ਕੋਈ ਫਾਇਦਾ ਨਹੀਂ ਆ, ਹਨਾ। ਵੀ ਕਲਾਕਾਰੀ ਠੀਕ ਹੈ, ਇੱਕ ਆਪਣਾ ਪ੍ਰੋਫੈਸ਼ਨ ਆ ਤੁਹਾਡਾ, ਬਟ ਤੁਹਾਡੀ ਆਪਣੀ ਹੋਂਦ ਦੀ ਲੜਾਈ ਆ, ਤੁਹਾਡੀ ਆਪਣੀ ਵਜੂਦ ਦੀ ਲੜਾਈ ਆ। ਤੁਹਾਨੂੰ ਅੱਜ ਖਲੋਣਾ ਚਾਹੀਦਾ ਆ ਆਪਣੇ ਆਪਣੇ ਮੇਰੇ ਪਿਓ ਦੇ ਨਾਲ ਜਾਂ ਆਪਣੇ ਦਾਦੇ ਦੇ ਨਾਲ, ਜਿਨ੍ਹਾਂ ਦੇ ਨਾਲ ਵੀ, ਹਨਾ। ਅੱਜ ਅਸੀਂ ਸੇਵਾ ਕਰਦੇ ਆ, ਉੱਥੇ ਆਪਾਂ ਇਹ ਵੇਖ ਕੇ ਸੇਵਾ ਨਹੀਂ ਕਰਦੇ ਵੀ ਇਹ ਹਰਿਆਣੇ ਦੇ ਜੱਟ ਬੈਠੇ ਆ ਜਾਂ ਇਹ ਪੰਜਾਬ ਦੇ ਜੱਟ ਬੈਠੇ ਆ, ਨਹੀਂ। ਮੈਂ ਉੱਥੇ ਟੈਂਟ ਲਾਇਆ, ਉੱਥੇ ਭਾਵੇਂ ਮੋਸਟ ਵੈਲਕਮ ਆ ਹਰਿਆਣੇ ਦੇ। ਹਾਂ, ਸਾਡੇ ਵਿੱਚ ਕੋਈ ਵਿਤਕਰਾ ਨਹੀਂ ਹੈਗਾ ਕਿਸੇ ਵੀ ਗੱਲ ਦਾ। ਨਾ ਹਰਿਆਣੇ ਦੇ ਜੱਟ ਆ ਕੇ ਕਹਿੰਦੇ ਨੇ ਵੀ ਅਸੀਂ ਜਿਹੜਾ ਦੁੱਧ ਉੱਥੋਂ ਆਉਂਦਾ ਹੈ ਵੀ ਆਪਾਂ ਇਹਨਾਂ ਨੂੰ ਨਹੀਂ ਦੇਣਾ ਜਾਂ ਇਹਨਾਂ ਨੂੰ ਨਹੀਂ ਦੇਣਾ। ਉੱਥੇ ਇੰਨਾ ਜ਼ਿਆਦਾ ਪਿਆਰ, ਇੰਨਾ ਜ਼ਿਆਦਾ ਸਤਿਕਾਰ, ਇੱਕ ਹੋਰ ਗੱਲ ਦਿੱਤਾ ਜਾਂਦਾ ਹੈ ਆਪਸ ਦੇ ਵਿੱਚ। ਹੁਣ ਤੁਸੀਂ ਪਿਛਲੇ ਦਿਨਾਂ 'ਚ ਵੀ ਮੇਰੇ ਖਿਆਲ ਦੇ ਵਿੱਚ ਤੁਸੀਂ ਵੀ ਰੈਲੀ 'ਚ ਗਏ ਸੀ, ਸਨਾਮ ਕੋਲੇ ਜਿਹੜੀ ਹੋਈ ਸੀ ਰੈਲੀ, ਹੁਣ 2-3 ਦਿਨ ਪਹਿਲਾਂ। ਸਨਾਮ ਲਾਗੇ ਕਿਹੜੇ ਪਿੰਡ ਸੀ ਉਹ? ਕੀ ਚੱਠੇ? ਹਾਂਜੀ, ਚੱਠਾ ਮਨਹੇੜਾ ਕਿਹੜਾ ਸੀ ਉਹ? ਚਲੋ ਜੋ ਵੀ, ਜਿਹੜੀਆਂ ਪੰਜਾਬ ਦੇ ਵਿੱਚ ਰੈਲੀਆਂ ਹੁੰਦੀਆਂ ਨੇ, ਤੁਸੀਂ ਨਹੀਂ ਸਮਝਦੇ ਵੀ ਇਹ ਇੱਕ ਤਾਂ એનર્ਜੀ ਵੇਸਟ ਹੁੰਦੀ ਆ? ਜੇ ਇਹੀ એનર્ਜੀ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਵੀ ਦਿੱਲੀ ਲੈ ਕੇ ਜਾਣ ਵਾਸਤੇ, ਜਿਹੜਾ ਇੱਥੇ ਆਰਥਿਕ ਜਿਹੜਾ ਉਹ ਹੁੰਦਾ ਨੁਕਸਾਨ ਉਹ ਨਾ ਹੋਵੇ, ਸਿੱਧਾ ਉੱਥੇ ਦਿੱਲੀ ਵਾਸਤੇ ਉਹ ਕੀਤਾ ਜਾਵੇ। ਦੇਖੋ, ਦਿੱਲੀ ਵਾਸਤੇ ਲੋਕਾਂ ਦੀ ਡਿਊਟੀ ਲੱਗੀ ਹੋਈ ਹੈ, ਪਿੰਡਾਂ ਦੇ ਵਿੱਚੋਂ ਮਤੇ ਵੀ ਪਾਸ ਹੋਏ ਨੇ। ਮੋਰਚੇ ਨੇ ਵੀ ਇੱਕ ਵਾਰੀ ਕਿਹਾ ਸੀ ਵੀ ਪੰਜਾਬ ਦੇ ਵਿੱਚ ਵੱਖਰੇ ਰੈਲੀਆਂ ਹੁੰਦੀਆਂ ਜਿਹਦੇ ਨਾਲ ਨਾ ਇੱਕ ਨਾ ਜਿਹੜੇ ਲੋਕਾਂ ਦਾ ਇੱਕ ਮਨੋਬਲ ਟੁੱਟਦਾ ਆ, ਉਹ ਫਿਰ ਤੋਂ ਇਨਕਰੇਜਮੈਂਟ ਮਿਲਦੀ ਆ। ਜਿੱਥੇ ਕਿਤੇ ਪੋਲੀਟੀਕਲ ਪਾਰਟੀਆਂ ਰੈਲੀਆਂ ਕਰ ਰਹੀਆਂ ਨੇ ਇਸ ਟਾਈਮ ਦੇ ਉੱਤੇ, ਹਨਾ, ਉੱਥੇ ਕਿਸਾਨ ਜਥੇਬੰਦੀਆਂ ਦੀਆਂ ਵੀ ਰੈਲੀਜ਼ ਕਰਨੀਆਂ ਬਣਦੀਆਂ ਨੇ, ਕਿਉਂਕਿ ਆਪਣੇ ਜਿੰਨੇ ਵੀ ਲੋਕੀ ਆ ਨਾ ਜਿਹੜੇ ਘਰਾਂ ਦੇ ਵਿੱਚ ਬੈਠੇ ਆ, ਜੋ ਇੱਕ ਮੀਡੀਆ ਜਿਹੜੀ ਆਪਣਾ ਨੈਸ਼ਨਲ ਮੀਡੀਆ ਗਲਤ ਮਲਤ ਚੀਜ਼ਾਂ ਵਿਖਾਉਂਦਾ ਰਹਿੰਦਾ ਆ। ਵੇਖੋ ਜੀ, ਮੈਂ ਵੀ ਦੇਖਿਆ ਆ ਵੀ ਚਾਈਨਾ ਤੋਂ ਫੰਡਿੰਗ ਆ ਰਹੀ ਹੈ ਜੀ, ਇਹਨਾਂ ਨੂੰ ਇਹ ਖਾਲਿਸਤਾਨੀ ਹੋ ਗਏ ਜੀ, ਬਹੁਤ ਸਾਰੀਆਂ ਗਲਤ ਚੀਜ਼ਾਂ ਵਿਖਾਉਂਦੇ ਨੇ, ਤੇ ਉਹਨਾਂ ਦੇ ਨਾਲ ਨਾ ਉਹਨਾਂ ਦਾ ਬੜਾ ਮਨੋਬਲ ਟੁੱਟਦਾ। ਹੁਣ ਇੰਨਾ ਹਰ ਇੱਕ ਬੰਦੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਰੋਜ਼ ਦਿੱਲੀ ਪਹਾੜਾ ਖਰਚ ਕੇ ਤੇ ਵਾਪਸ ਆ ਸਕੇ, ਹਨਾ। ਵੀ ਜੋ ਟੀਵੀ ਤੇ ਵੀ ਵਿਖਾਉਂਦੇ ਆ, ਸਹੀ ਗੱਲਾਂ ਪਤਾ ਵੀ ਨਹੀਂ ਲੱਗਦੀਆਂ ਪਿੰਡਾਂ ਦੇ ਵਿੱਚ। ਤੇ ਕਈ ਲੋਕੀ ਪੁੱਛਦੇ ਅੱਛਾ ਕੀ ਹੋਣ ਡਿਆ ਉੱਥੇ, ਦਿੱਲੀ ਕੀ ਹੋਣ ਡਿਆ ਆ, ਹਨਾ। ਫਿਰ ਉਹ ਜਦੋਂ ਆਪਾਂ ਇਹੋ ਜਿਹੀਆਂ ਰੈਲੀਜ਼ ਕਰਦੇ ਆ, ਜਦੋਂ ਇਹੋ ਜਿਹੇ ਮੋਰਚੇ ਇਕੱਠੇ ਹੁੰਦੇ ਆ, ਉਦੋਂ ਲੋਕੀ ਜਿਹੜੇ ਪਿੰਡਾਂ ਦੇ ਲਾਗੇ ਚਾਗੇ ਆ, ਜਿਹੜੇ ਨਹੀਂ ਜਾ ਪਾਉਂਦੇ ਦਿੱਲੀ, ਹਨਾ, ਉਹ ਸਾਰੇ ਉੱਥੇ ਇਕੱਠੇ ਹੁੰਦੇ ਆ। ਉਹ ਸਾਰੇ ਜਿਹੜੇ ਲੀਡਰਸ ਨੂੰ ਨਹੀਂ ਮਿਲ ਪਾਉਂਦੇ, ਨਹੀਂ ਵੇਖ ਪਾਉਂਦੇ ਜਾਂ ਉਹਨਾਂ ਦੀਆਂ ਸਪੀਚਸ ਨਹੀਂ ਸੁਣ ਪਾਉਂਦੇ। ਕਈ ਤੇ ਇੰਨੇ ਫਾਈਨੈਂਸ਼ੀਅਲ ਪੂਰ ਹੁੰਦੇ, ਉਹਨਾਂ ਕੋਲ ਟੀਵੀ ਵੀ ਨਹੀਂ ਹੁੰਦੇ ਵੇਖਣ ਵਾਸਤੇ, ਹਨਾ। ਰੇਡੀਓ ਤੇ ਵੀ ਨਹੀਂ ਇਹ ਗੱਲਾਂ ਆਉਂਦੀਆਂ, ਕਿਉਂਕਿ ਉੱਤੇ ਤੇ ਨੈਸ਼ਨਲ ਉਹ ਹੀ ਵਿਖਾਉਣਗੇ ਨਾ ਜੋ ਮੋਦੀ ਮੀਡੀਆ ਵਿਖਾਊਗੀ। ਸੋ ਚੈਨਲਸ ਨਹੀਂ ਹੈਗੇ, ਕਈ ਲੋਕਾਂ ਕੋਲ ਇੰਟਰਨੈਟ ਫੋਨਸ ਨਹੀਂ ਹੈਗੇ ਕਿ ਉਹ ਸਾਰੀ ਸੋਸ਼ਲ ਮੀਡੀਆ ਦੀ ਅਪਡੇਟ ਲੈ ਸਕਣ, ਹਨਾ। ਸੋ ਇਹ ਜਿਹੜੇ ਰੈਲੀਜ਼ ਹੁੰਦੀਆਂ ਨੇ ਛੋਟੇ ਛੋਟੇ ਮੋਰਚਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਹੁੰਦੀਆਂ, ਉੱਥੇ ਉਹ ਲੋਕਾਂ ਨੂੰ ਸੁਣਨ ਦਾ ਤੇ ਬੋਲਣ ਦਾ ਮੌਕਾ ਮਿਲਦਾ ਆ, ਔਰ ਗੱਲਾਂ ਜਾਣਨ ਦਾ ਮੌਕਾ ਮਿਲਦਾ ਵੀ ਅੱਛਾ ਅੱਗੇ ਕੀ ਆ, ਅੱਗੇ ਕਿਹੜੀ ਅਗਵਾਈ ਦੇ ਰਹੇ ਨੇ ਸਾਡੇ ਲੀਡਰਸ, ਜਾਂ ਅੱਗੇ ਕਿਹੜੀਆਂ ਗੱਲਾਂ ਚੱਲ ਰਹੀਆਂ ਨੇ। ਸੋ ਸਾਰੇ ਲੋਕੀ ਆਉਂਦੇ ਨੇ, ਉਹ ਸੁਣਦੇ ਨੇ, ਤੇ ਉਹਦੇ ਨਾਲ ਜ਼ਿਆਦਾ ਹੋਰ ਅਵੇਅਰਨੈਸ ਹੁੰਦੀ ਆ। ਠੀਕ ਹੈ ਬੀਬਾ ਜੀ, ਤੁਸੀਂ ਗੱਲ ਕੀਤੀ ਸੀ ਕਿ ਤੁਹਾਡੇ ਪਿਤਾ ਜੀ ਨੂੰ ਮਾਰਿਆ ਗਿਆ ਸੀ, ਉਹਦਾ ਵੀ ਇਹ ਚੱਲਦਾ ਵੀ ਉਹਨਾਂ ਨੂੰ ਖਾਲਿਸਤਾਨੀਆਂ ਨੇ ਮਾਰਿਆ, ਤੇ ਇੱਕ ਪਾਸੇ ਤੁਹਾਡੇ ਜਿਹੜੇ ਸੰਬੰਧ ਨੇ ਉਹ ਸਿੱਧੇ ਤੇ ਸਿੱਧੇ ਜਨਰਲ ਸਵੇਗ ਸਿੰਘ ਦੀ ਫੈਮਿਲੀ ਨਾਲ ਨੇ, ਉਹ ਤੁਸੀਂ ਕੀ ਇਹ ਮੌਤ ਤੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਮੈਂ ਬਹੁਤ ਛੋਟੀ ਸੀਗੀ, ਮੈਂ 16 ਦਿਨਾਂ ਦੀ ਸੀਗੀ, ਔਰ ਜਿਸ ਤਰੀਕੇ ਨਾਲ ਇਹ ਗੱਲਾਂ ਕੀਤੀਆਂ ਗਈਆਂ ਨੇ, ਜੋ ਅੱਜ ਵੀ ਕੀਤੀਆਂ ਜਾ ਰਹੀਆਂ ਨੇ, ਅੱਜ ਦੇ ਮਾਹੌਲ ਦੇ ਵਿੱਚ ਵੀ ਬਹੁਤ ਸਾਰੀਆਂ ਏਜੰਸੀਆਂ ਇਨਵੋਲਵਡ ਆ ਅੱਜ ਵੀ ਮੋਰਚੇ ਦੇ ਵਿੱਚ, ਔਰ ਜਿਸ ਤਰੀਕੇ ਨਾਲ ਮੈਨੂੰ ਵੀ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ, ਔਰ ਇੱਕ IT ਸੈਲਸ ਵੱਲੋਂ ਵੀ ਦਿੱਤੀਆਂ ਜਾ ਰਹੀਆਂ ਨੇ, ਕੁਝ ਨੰਬਰਾਂ ਤੋਂ ਵੀ ਕਾਲਸ ਆਉਂਦੀਆਂ ਨੇ, ਤੇ ਉਹਦੇ ਵਿੱਚ ਇਹੀ ਕੀਤਾ ਜਾਂਦਾ ਵੀ ਤੇਰੇ ਪਿਓ ਨੂੰ ਸੋਧਿਆ ਹੀ ਤੈਨੂੰ ਸੋਧਾਂਗੇ। ਮੈਨੂੰ ਨਹੀਂ ਪਤਾ, ਮੈਂ ਤੇ ਵੇਖਿਆ ਨਹੀਂ ਵੀ ਉਹ ਬੰਦੇ ਕੌਣ ਨੇ, ਔਰ ਜਿੱਥੋਂ ਤੱਕ ਇਹ ਗੱਲ ਮੇਰੇ ਫਾਦਰ ਸਾਹਿਬ ਨੂੰ ਮਾਰਨ ਦੀ ਹੈ, ਮੈਨੂੰ ਇਹ ਵੀ ਨਹੀਂ ਪਤਾ ਵੀ ਉਹ ਬੰਦੇ ਕੌਣ ਨੇ, ਰਾਈਟ। ਜੇ ਗੱਲਾਂ ਤੁਸੀਂ ਕਰਦੇ ਹੋ ਖਾਲਿਸਤਾਨੀ ਲੋਕਾਂ ਦੀਆਂ, ਖਾਲਸਾ ਪੰਥ ਦੀਆਂ, ਖਾਲਿਸ ਬਹੁਤ ਪਿਓਰ ਜਿਹਨੂੰ ਆਪਾਂ ਕਹਿੰਦੇ ਪਿਓਰਿਟੀ ਹੁੰਦੀ ਆ, ਖਾਲਿਸਤਾਨ ਕੀ ਹੁੰਦਾ ਆ, ਰਾਈਟ। ਔਰ ਦੂਜੀ ਗੱਲ ਇਹ ਵੀ ਕਾਮਰੇਡਾਂ ਨੂੰ ਤੇ ਖਾਲਿਸਤਾਨਾਂ ਨੂੰ ਪਤਾ ਨਹੀਂ, ਇਹਨਾਂ ਦੀ ਵਿਚਾਰਧਾਰਾ ਅਲੱਗ-ਅਲੱਗ ਜ਼ਰੂਰ ਹੁੰਦੀ ਆ ਭਾਵੇਂ, ਪਰ ਹੁੰਦੇ ਤੇ ਸਿੱਖੀ ਪਰਿਵਾਰ ਨੂੰ ਬਿਲੋਂਗ ਕਰਦੇ ਨਾ ਆਪਸ ਦੇ ਵਿੱਚ, ਤੇ ਹੈਗੇ ਤੇ ਆਪਾਂ ਸਾਰੇ ਗੁਰੂ ਦੇ ਬੱਚੇ ਆ ਨਾ, ਪਹਿਲੀ ਗੱਲ ਆ। ਔਰ ਦੂਜੀ ਗੱਲ ਆ ਕਿ ਜਿੱਥੇ ਮੇਰੇ ਮਾਸਟਰ ਜੀ, ਆਪਾਂ ਸੇਮ ਫੈਮਿਲੀ ਆ, ਮੇਰੇ ਮਾਸਟਰ ਜੀ ਮੇਜਰ ਜਨਰਲ ਸਵੇਗ ਸਿੰਘ ਦੇ ਬ੍ਰਦਰ ਆ, ਉਹਨਾਂ ਨੂੰ ਜੇ ਸੰਤਾਂ ਦੇ ਨਾਲ ਉਹਨਾਂ ਦੀ ਫੋਟੋ ਲਾਈ ਜਾਂਦੀ ਹੈ, ਤੇ ਇੱਕ ਬੰਨੇ ਕਿਹਾ ਜਾਂਦਾ ਕਿ ਮੇਰੇ ਫਾਦਰ ਸਾਹਿਬ ਨੂੰ ਖਾਲਿਸਤਾਨੀਆਂ ਨੇ ਮਾਰਿਆ, ਤੇ ਇਹ ਗੱਲ ਮੈਨੂੰ ਵੀ ਹਜਮ ਨਹੀਂ ਹੁੰਦੀ। ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤੇ ਮੈਨੂੰ ਵੀ ਐਂ ਲੱਗਦਾ ਹੈ, ਕਿਉਂਕਿ ਮੇਰੇ ਫਾਦਰ ਸਾਹਿਬ ਉਸ ਟਾਈਮ ਦੇ ਉੱਤੇ ਗਵਰਨਮੈਂਟ ਦੇ ਖਿਲਾਫ ਹਰਾਵਲ ਦਸਤਾ ਕੱਢਦੇ ਸੀਗੇ ਮੈਗਜ਼ੀਨ,
ਔਰ ਬਹੁਤ ਵਾਰੀ ਪੁਲਿਸ ਨੇ ਉਹਨਾਂ ਨੂੰ ਅੰਦਰ ਵੀ ਜੇਲ੍ਹ 'ਚ ਕੀਤਾ ਸੀਗਾ ਉਹ ਮੈਗਜ਼ੀਨ ਕੱਢਣ ਦੇ ਉੱਤੇ, ਕਿਉਂਕਿ ਜਿਸ ਟਾਈਮ ਤੇ ਅੱਜ ਜਿਵੇਂ ਮੈਂ ਗਵਰਨਮੈਂਟ ਦੇ ਖਿਲਾਫ ਬੋਲ ਰਹੀ ਹਾਂ, ਮੋਦੀ ਸਰਕਾਰ ਦੇ ਖਿਲਾਫ ਬੋਲ ਰਹੀ ਹਾਂ, ਔਰ ਪ੍ਰਾਈਮ ਮਿਨਿਸਟਰ ਦੇ ਖਿਲਾਫ ਬੋਲਣਾ ਬਹੁਤ ਵੱਡੀ ਗੱਲ ਹੁੰਦੀ ਆ, ਰਾਈਟ, ਉਹ ਵੀ ਸ਼ਰੇਆਮ ਬੋਲਣਾ। ਮੈਨੂੰ ਵੀ ਮੇਰੇ ਪਿੱਛੇ ਵੀ ਕਈ ਏਜੰਸੀਆਂ ਲੱਗੀਆਂ ਹੋਣਗੀਆਂ, ਔਰ ਮੈਨੂੰ ਨਹੀਂ ਲੱਗਦਾ ਕਿ ਖਾਲਿਸਤਾਨ ਜਿਹਨੂੰ ਖਾਲਿਸ ਕਹਿੰਦੇ ਆ ਉਹਨਾਂ ਨੇ ਮੇਰੇ ਪਾਪਾ ਨੂੰ ਮਾਰਿਆ ਹੋਊਗਾ। ਮੈਨੂੰ ਲੱਗਦਾ ਵੀ ਇਹ ਜ਼ਰੂਰ ਉਹ ਗਵਰਨਮੈਂਟ ਦੀਆਂ ਏਜੰਸੀਜ਼ ਹੋਣਗੀਆਂ ਜਿਨ੍ਹਾਂ ਨੇ ਉਹਨਾਂ ਦਾ ਨਾਮ ਦੇ ਦਿੱਤਾ, ਜਿਹੜੀਆਂ ਏਜੰਸੀਆਂ ਹਮੇਸ਼ਾ ਤੋਂ ਹੀ ਧਰਮ ਦੇ ਨਾਮ ਦੇ ਉੱਤੇ ਦੰਗੇ ਫਸਾਦ ਕਰਵਾਉਂਦੀਆਂ ਨੇ, ਆਪਸ ਦੇ ਵਿੱਚ ਲੜਾਉਂਦੀਆਂ ਨੇ, ਹਿੰਦੂ ਮੁਸਲਿਮ ਨੂੰ ਲੜਾਉਂਦੀਆਂ ਨੇ, ਆਪਸ ਦੇ ਵਿੱਚ ਹਿੰਦੂ ਸਿੱਖ ਨੂੰ ਲੜਾਉਂਦੀਆਂ ਨੇ। ਜਿਵੇਂ ਕਿ RSS ਦਾ ਕੰਮ ਹੀ ਇਹੀ ਹੈ, ਭਾਵੇਂ ਉਹਨਾਂ ਨੇ ਇੱਥੇ ਗੁਜਰਾਤ 'ਚ ਦੰਗੇ ਫਸਾਦ ਕਰਵਾਏ ਸੀਗੇ ਧਰਮ ਦੇ ਨਾਮ ਦੇ ਉੱਤੇ, ਭਾਵੇਂ ਜਾਟ ਅੰਦੋਲਨ। ਇੱਕ ਗੱਲ ਕਰਦੇ ਆ ਹੁਣ, ਲੱਖੇ ਤੇ ਦੀਪ ਸਿੱਧੂ ਨੂੰ ਲੈ ਕੇ ਬੜੀ ਚਰਚਾ ਚੱਲਦੀ ਸੀ, ਜਥੇਬੰਦੀਆਂ ਦੇ ਵਿੱਚ ਵੀ ਸੀ। ਹੁਣ ਸੰਯੁਕਤ ਮੋਰਚੇ ਦੇ ਵਿੱਚੋਂ ਕਿਸਾਨ ਜਿਹੜੀਆਂ 32 ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਇੱਕ 3 ਮੈਂਬਰੀ ਕਮੇਟੀ ਬਣਾਤੀ ਸੀ ਪਿਛਲੇ ਦਿਨਾਂ 'ਚ, ਜਿਹਦੇ ਵਿੱਚ ਡਾਕਟਰ ਦਰਸ਼ਨਪਾਲ ਤੇ ਬਲਦੇਵ ਸਿੰਘ ਸਿਰਸਾ, ਮੇਰੇ ਖਿਆਲ 'ਚ ਇੱਕ ਸ਼ਾਇਦ ਡਾਲੇਵਾਲ ਸਾਹਿਬ ਹੁਣ, ਉਹ ਲੱਖੇ ਨੂੰ ਨਾਲ ਲੈਣ ਵਾਸਤੇ ਉਹਨਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਲੱਖੇ ਨੂੰ ਕਿਹਾ ਵੀ ਇਹ ਆ ਸਕਦਾ ਹੈ ਉੱਥੇ, ਹੈ ਨਾ। ਤੇ ਹਾਲਾਂਕਿ ਕਈ ਕੁਝ ਚੱਲ ਰਹੀਆਂ ਸੀ ਅਟਕਲਾਂ, ਪਰ ਉੱਥੋਂ ਪੱਤਰਕਾਰ ਨੇ ਸਵਾਲ ਪੁੱਛਿਆ ਵੀ ਦੀਪ ਸਿੱਧੂ ਬਾਰੇ ਤੁਹਾਡਾ ਕੀ ਵਿਚਾਰ ਹੈ। ਉਹਨਾਂ ਨੇ ਉਹ ਗੱਲ ਨੂੰ ਟਾਲਤਾ, ਸਵਾਲ ਉਹ ਜਵਾਬ, ਕਹਿੰਦੇ ਵੀ ਇੱਥੇ ਜੇ ਕੋਈ ਕਮੈਂਟ ਨਹੀਂ ਕਰਨਾ, ਆਉਣ ਵਾਲੇ ਸਮੇਂ 'ਚ ਦੇਖਿਆ ਜਾਊਗਾ। ਕਿ ਇਹ ਨੌਜਵਾਨਾਂ ਦੇ ਵਿੱਚ ਕੋਈ ਇਹ ਵਿਤਕਰੇ ਵਾਲੀ ਗੱਲ ਜਾਂ ਇਹ ਪਾਰ ਪਾਉਣ ਵਾਲੀ ਗੱਲ ਤਾਂ? ਦੇਖੋ, ਇਸ ਦਾ ਮੈਂ ਵੀ ਕੋਈ ਜਵਾਬ ਨਹੀਂ ਦੇਣਾ ਚਾਹੁੰਦੀ, ਕਿਉਂਕਿ ਇਹ ਤੇ ਜਥੇਬੰਦੀਆਂ ਦੇ ਲੀਡਰਸ ਨੂੰ ਪਤਾ ਹੈ। ਸੋਨੀਆ ਮਾਨ ਕੌਣ ਹੁੰਦੀ ਆ ਕਿਸੇ ਨੂੰ ਵੀ ਜਵਾਬ ਦੇਣ ਵਾਲੀ ਇਸ ਚੀਜ਼ ਦਾ? ਤੁਸੀਂ ਯੂਥ ਨਾਲ ਨਾ, ਬਟ ਮੈਨੂੰ, ਮੈਂ ਇਸ ਗੱਲ ਦਾ, ਵੇਖੋ, ਮੈਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਮੈਨੂੰ ਨਾ ਦੇ ਬਿੱਲਾਂ ਬਾਰੇ ਪਤਾ ਸੀਗਾ, ਨਾ ਮੈਨੂੰ ਕਿਸੇ ਚੀਜ਼ ਬਾਰੇ ਪਤਾ ਸੀਗਾ, ਰਾਈਟ। ਮੈਂ ਆਪਣੀ ਸਾਰੀ ਜ਼ਿੰਦਗੀ ਆਪਣੀ ਫਿਲਮੀ ਕਰੀਅਰ ਨੂੰ ਦਿੱਤੀ ਆ, ਉਹਦੇ ਵਿੱਚ ਥੋੜਾ ਸੋਸ਼ਲ ਵਰਕ ਕਰ ਲਿਆ ਜਿੱਥੋਂ ਤੱਕ ਮੈਨੂੰ ਸਮਝ ਲੱਗੀ। ਇਸ ਮੋਰਚੇ ਦੇ ਨਾਲ ਵੀ ਮੈਂ ਕਿਉਂ ਜੁੜੀ? ਕਿਉਂਕਿ ਮੈਂ ਇੱਕ ਧਰਨਾ ਦੇਖਿਆ ਸੀਗਾ ਆਪਣੇ ਪਿੰਡ ਦੇ ਰਾਹ ਦੇ ਵਿੱਚ, ਸੈਪਟੈਂਬਰ ਦੀ ਗੱਲ ਆ, ਉਹਦੇ ਵਿੱਚ ਮੈਂ ਗੱਲਾਂ ਸੁਣੀਆਂ, ਫਿਰ ਮੈਂ ਬਿੱਲਾਂ ਬਾਰੇ ਪੜ੍ਹਿਆ। ਉਹ ਧਰਨੇ ਛੋਟੇ ਕੌਣ ਕਰ ਰਹੇ ਸੀਗੇ? ਕਿਸਾਨ ਜਥੇਬੰਦੀਆਂ ਦੇ ਲੀਡਰ, ਆਪਣੇ ਬਲਬੂਤੇ ਦੇ ਉੱਤੇ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ। ਸੋ ਇਹ ਉਹਨਾਂ ਨੇ ਇਸ ਚੀਜ਼ ਦੀ ਦੌੜ ਸ਼ੁਰੂ ਕੀਤੀ ਸੀ ਪਿੰਡਾਂ ਦੇ ਲੈਵਲ ਤੇ, ਜੋ ਕਿ ਪਹਿਲਾਂ ਵੀ ਉਹ ਕਿਸੇ ਨਾ ਕਿਸੇ ਰੈਲੀਆਂ ਕਰਦੇ ਰਹਿੰਦੇ ਸੀਗੇ, ਭਾਵੇਂ ਉਹ ਅੱਜ ਤੇ ਵੱਡੇ ਮੋਰਚਾ ਹੋ ਗਿਆ ਨਾ ਇਹ ਕਿਸਾਨੀ ਬਿੱਲਾਂ ਦੀ। ਪਹਿਲਾਂ ਵੀ ਜਿਹੜੀ ਪਰਾਲੀ ਨੂੰ ਅੱਗ ਲਾ ਦਿੰਦੇ ਆ, ਜੇ ਅੱਜ ਉਗਰਾਹਾਂ ਐਡੀ ਵੱਡੀ ਜਥੇਬੰਦੀ ਬਣੀ ਆ, ਜਾਂ ਰਾਜੇਵਾਲ ਜੀ ਜਾਂ ਕੋਈ ਵੀ ਜਥੇਬੰਦੀ ਆ, ਉਹ ਐਵੇਂ ਤੇ ਨਹੀਂ ਬਣ ਗਈਆਂ। ਉਹਨਾਂ ਨੇ ਬੜੇ ਘੋਲ ਲੜੇ ਹੋਣਗੇ ਜ਼ਿੰਦਗੀ ਦੇ ਵਿੱਚ, ਬੜਾ ਕੁਝ ਕੀਤਾ ਹੋਊਗਾ ਪਹਿਲਾਂ ਵੀ, ਹਨਾ। ਉਹਨਾਂ ਨੂੰ ਬੜਾ ਐਕਸਪੀਰੀਅੰਸ ਹੋਊਗਾ ਇਹ ਸਾਰੀਆਂ ਚੀਜ਼ਾਂ ਦਾ। ਬਿਨਾਂ ਸ਼ੱਕ ਜਿਹੜਾ ਪੰਜਾਬ ਦੇ ਵਿੱਚ ਲਹਿਰ ਪੈਦਾ ਹੋਈ ਤਾਂ ਕਿਸਾਨ ਜਥੇਬੰਦੀਆਂ ਨੇ ਸ਼ੁਰੂ ਕੀਤੀ, ਰਾਈਟ। ਹੁਣ ਅੱਜ ਮੈਂ ਕਹਾਂ ਕਿ ਮੈਂ ਡਿਸੀਜਨ ਮੇਕਿੰਗ ਆ, ਮੈਂ ਕੁਝ ਕਰੂੰਗੀ ਜਾਂ ਮੈਂ ਕੁਝ ਬੋਲੂੰਗੀ, ਉਹ ਗਲਤ ਹੋਊਗਾ, ਕਿਉਂਕਿ ਮੈਨੂੰ ਇਸ ਚੀਜ਼ਾਂ ਦੀ ਨੌਲੇਜ ਨਹੀਂ ਹੈਗੀ। ਮੈਨੂੰ ਸਿਰਫ ਮੈਂ ਕਿਸਾਨ, ਦੇਖੋ ਤੁਸੀਂ ਆਉਣ ਵਾਲਾ ਭਵਿੱਖੋਂ ਜਿਹੜੇ ਯੂਥ ਹੈ, ਲੱਖਾ ਹੈ, ਦੀਪ ਸਿੱਧੂ ਹੈ, ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਉਹ ਬਜ਼ੁਰਗ ਨੇ, ਅਕਸਰ ਤਾਂ ਉਹਨਾਂ ਦੀ ਜਗ੍ਹਾ ਕਿਸੇ ਨੇ ਲੈਣੀ ਹੈ। ਵੇਖੋ ਮੇਰੀ ਗੱਲ ਸੁਣੋ, ਹਜੇ ਆਪਾਂ ਇੰਨੇ ਕਾਬਿਲ ਨਹੀਂ ਹੋਏ, ਹਜੇ 3-4 ਮਹੀਨੇ ਹੋਏ ਸੰਘਰਸ਼ ਨੂੰ। ਕਾਬਿਲ ਐਕਸਪੀਰੀਅੰਸ ਨਾਲ ਹੀ ਹੋਇਆ ਨਾ, ਉਹ ਕਹਿੰਦੇ ਸਾਡਾ ਐਕਸਪੀਰੀਅੰਸ ਹੈ। ਸਾਡਾ ਐਕਸਪੀਰੀਅੰਸ ਨਹੀਂ ਨਾ ਹੋਇਆ ਹਜੇ। ਮੈਂ ਨਹੀਂ ਕਹਿੰਦੀ ਕਿ ਮੇਰਾ ਐਕਸਪੀਰੀਅੰਸ ਹੋਇਆ ਕਿਸਾਨ ਜਥੇਬੰਦੀਆਂ ਜਿੰਨਾ ਉਹਨਾਂ ਨੇ ਸਾਰੀ ਜ਼ਿੰਦਗੀ ਲਾਤੀ ਆਪਣੀ, ਪਤਾ ਨਹੀਂ ਕਿੰਨੇ ਘੋਲ ਲੜੇ ਹੋਣਗੇ ਇਹੋ ਜਿਹੇ। ਅੱਜ ਮੈਂ ਮੂੰਹ ਚੁੱਕ ਕੇ ਕਹਿ ਦਾਂ ਕਿ ਮੇਰਾ ਐਕਸਪੀਰੀਅੰਸ ਹੋ ਗਿਆ, ਮੇਰਾ ਜ਼ੀਰੋ ਐਕਸਪੀਰੀਅੰਸ ਹੈ ਇਹਦੇ ਵਿੱਚ। ਮੈਂ ਉਹਨਾਂ ਸਾਹਮਣੇ ਕੁਛ ਵੀ ਨਹੀਂ। ਮੈਂ ਹਾਂ ਬਿੱਲਾਂ ਦੀ ਸਟੱਡੀ ਜ਼ਰੂਰ ਕੀਤੀ ਹੋਊਗੀ, ਰਾਈਟ। ਮੈਨੂੰ ਨੈਟ ਜ਼ਰੂਰ ਚਲਾਉਣਾ ਆਉਂਦਾ ਹੋਊਗਾ, ਇੰਟਰਨੈਟ ਜ਼ਰੂਰ ਯੂਜ਼ ਕਰਨਾ ਹੋਊਗਾ। ਇੱਕ ਜਿਹੜਾ ਆਪਣੇ ਬਜ਼ੁਰਗਾਂ ਦਾ ਐਕਸਪੀਰੀਅੰਸ ਵੀ ਤਾਂ ਨਾਲ ਜਾ ਕੇ ਨਾਲ ਚੱਲ ਕੇ ਹੋਊਗਾ ਨਾ। ਹਾਂ, ਹੁਣ ਚੱਲਦੀ ਪਈ ਆ, ਦੇਖਦੀ ਪਈ ਆ, ਹਨਾ। ਹਜੇ ਤੇ ਆ ਪਹਿਲਾ ਘੋਲ ਆ ਮੇਰਾ ਜ਼ਿੰਦਗੀ ਦਾ, ਜਿਹਦੇ ਵਿੱਚ ਹਜੇ ਮੈਂ ਕੁਛ ਇੰਨਾ ਉਖਾੜਿਆ ਨਹੀਂ। ਬਸ ਉਹਨਾਂ ਦੀ ਵੋਲੰਟੀਅਰਸ਼ਿਪ ਦੇ ਥੱਲੇ, ਉਹਨਾਂ ਦੀ ਅਗਵਾਈ ਹੇਠ, ਜੋ ਸਾਡੇ ਕਹਿੰਦੇ ਨਾ ਆਪਣੇ ਘਰ ਦੇ ਵਿੱਚ ਬਜ਼ੁਰਗ ਵੀ ਹੁੰਦਾ ਆ, ਉਹ ਤੋਂ ਪੁੱਛ ਕੇ ਵੇਖ ਕੇ ਚੱਲਣਾ ਚਾਹੀਦਾ। ਉਹਨਾਂ ਨੇ ਜ਼ਿੰਦਗੀ ਜ਼ਿਆਦਾ ਵੇਖੀ ਸਾਡੇ ਨਾਲੋਂ। ਐਵੇਂ ਹੀ ਹੁਣ ਜਿਵੇਂ ਐਕਟਿੰਗ ਦਾ ਐਕਸਪੀਰੀਅੰਸ ਮੈਨੂੰ ਆ, ਫਿਲਮ ਮੇਕਿੰਗ ਦਾ ਮੈਨੂੰ ਆ, ਕੱਲ ਨੂੰ ਕੋਈ ਨਵਾਂ ਬੰਦਾ ਆਊਗਾ, ਪੈਸੇ ਗਵਾਊਗਾ ਉਹਦੇ ਵਿੱਚ, ਮੈਂ ਸਗੋਂ ਮੈਨੂੰ ਪਤਾ ਹੋਊਗਾ ਕਿੱਥੋਂ ਬਚਾਉਣੇ ਆ, ਕਿੱਥੋਂ ਰੱਖਣੇ ਆ, ਰਾਈਟ। ਬਟ ਉਹ ਬੰਦੇ ਨੂੰ ਉਹ ਡੁੱਬੂਗਾ। ਇਸੇ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਲੀਡਰਸ ਦਾ ਜਿਹੜਾ ਐਕਸਪੀਰੀਅੰਸ ਹੈ, ਉਹ ਸਾਲਾਂ ਦਾ ਐਕਸਪੀਰੀਅੰਸ ਹੈ। ਸੋ ਆਪਾਂ ਉਹਨਾਂ ਨੂੰ ਕਿਸੇ ਵੀ ਚੀਜ਼ ਦੇ ਉੱਤੇ ਚੈਲੰਜ ਨਹੀਂ ਕਰ ਸਕਦੇ। ਔਰ ਮੈਂ ਉਹਨਾਂ ਨੂੰ, ਹਾਂ, ਕਿਸੇ ਗੱਲ ਦੇ ਉੱਤੇ ਮੈਨੂੰ ਲੱਗਦਾ ਵੀ ਆਹ ਚੀਜ਼ ਠੀਕ ਨਹੀਂ ਹੈ, ਤੇ ਮੈਂ ਕੁਐਸਚਨ ਜ਼ਰੂਰ ਕਰ ਸਕਦੀ ਹਾਂ, ਉਹਨਾਂ ਨੂੰ ਪੁੱਛ ਸਕਦੀ ਹਾਂ, ਉਹ ਵੀ ਇੱਕ ਕਮਰੇ ਦੇ ਅੰਦਰ, ਵੀ ਅੰਕਲ ਇਹ ਕਿਵੇਂ ਆ, ਐ ਹੋ ਸਕਦਾ, ਇੱਕ ਰਿਸਪੈਕਟਫੁਲੀ ਤਰੀਕੇ ਦੇ ਨਾਲ। ਬਿਕਾਜ਼ ਸਾਡਾ, ਆਪਾਂ ਆਪਣੇ ਮਾਪਿਓ ਨੂੰ ਵੀ ਕੁਐਸਚਨ ਕਰਦੇ ਹਾਂ, ਕਦੀ ਪੁੱਛਦੇ ਹਾਂ, ਆਪਾਂ ਪਾਪਾ ਤੋਂ ਵੀ ਪੁੱਛਦੇ ਹਾਂ, ਮੰਮਾ ਤੋਂ ਵੀ ਪੁੱਛਦੇ ਹਾਂ, ਫਿਰ ਉਹ ਸਾਨੂੰ ਸਮਝਾਉਂਦੇ ਨੇ, ਨਹੀਂ ਆਹ ਚੀਜ਼ ਐਵੇਂ ਨਹੀਂ, ਐਵੇਂ ਹੋ ਸਕਦੀ ਆ, ਬਿਕਾਜ਼ ਦੇ ਨੋ ਬੈਟਰ ਦੈਨ ਅਸ।
ਸੋ ਕਿਸਾਨ ਜਥੇਬੰਦੀਆਂ ਦੇ ਨਾਲ ਮੈਂ ਪਹਿਲੇ ਦਿਨ ਤੋਂ ਵੀ ਇਹੀ ਗੱਲ ਕਹੀ ਸੀਗੀ, ਮੈਂ ਉਹਨਾਂ ਦੀ ਅਗਵਾਈ ਹੇਠ ਉਹਨਾਂ ਦੀ ਵੋਲੰਟੀਅਰ ਆ, ਮੈਂ ਉਹਨਾਂ ਦੀ ਵੋਲੰਟੀਅਰ ਉਹਨਾਂ ਦੀ ਅਗਵਾਈ ਹੇਠ ਹੀ ਚੱਲਦੀ ਰਹੂੰਗੀ। ਜਿਹੜਾ ਕਿਤੇ ਮੇਰੇ ਦਿਲ ਦੇ ਵਿੱਚ ਕੋਈ ਕੁਐਸਚਨ ਹੁੰਦਾ ਮੈਂ ਉਹਨਾਂ ਨੂੰ ਪੁੱਛ ਲੈਂਦੀ ਆ, ਜੋਗਿੰਦਰ ਅਗਰਾਹਾਂ ਅੰਕਲ ਨੂੰ ਵੀ ਪੁੱਛ ਲੈਂਦੀ, ਸਾਰਿਆਂ ਨੂੰ ਪੁੱਛ ਲੈਂਦੀ, ਬਟ ਇੱਕ ਬਹਿ ਕੇ ਜਿਵੇਂ ਇੱਕ ਬਜ਼ੁਰਗ ਨੂੰ ਪੁੱਛੀਦਾ, ਇੱਕ ਪਿਓ ਨੂੰ ਪੁੱਛੀਦਾ ਰਿਸਪੈਕਟਫੁਲੀ, ਤੇ ਉਹਦਾ ਆਨਸਰ ਵੀ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਵਾਂਗੂ ਸਮਝਾ ਕੇ ਦਿੰਦੇ ਨੇ ਤੇ ਮੈਨੂੰ ਸਮਝ ਲੱਗ ਜਾਂਦੀ ਆ ਬਸ। ਤੁਸੀਂ ਪਿਛਲੇ ਦਿਨਾਂ 'ਚ ਇਹ ਵੀ ਕਿਹਾ ਸੀ, ਪਰਸੋਂ ਚੌਥੇ ਜਾਂ ਜਿਸ ਦਿਨ ਤੁਹਾਡੀ ਉਹ ਰੈਲੀ ਵਾਲੇ ਦਿਨ, ਕਿ ਮੈਨੂੰ ਲੋਕ ਗਾਲਾਂ ਕੱਢਦੇ ਨੇ, ਤੇ ਇੱਕ ਤਾਂ ਉਹ ਗਾਲਾਂ ਕਿਉਂ ਕੱਢਦੇ ਨੇ, ਦੂਜਾ ਤੁਸੀਂ ਕਿਹਾ ਸੀ ਵੀ ਮੈਂ ਗਾਲਾਂ ਨੂੰ ਸਮਝਦੀ ਵੀ ਕੁਛ ਨਹੀਂ, ਮੈਂ ਤਾਂ ਗਾਲਾਂ ਘਿਓ ਦੀਆਂ ਨਾਲਾਂ ਨੇ ਮੇਰੇ ਵਾਸਤੇ। ਉਹ ਜਿਹੜੀਆਂ ਘਿਓ ਦੀਆਂ ਨਾਲਾਂ ਹੁੰਦੀਆਂ ਨੇ ਤੁਸੀਂ ਉਹਦਾ ਮਤਲਬ ਸਮਝਦੇ ਵੀ ਕਿਉਂ ਹੁੰਦਾ? ਦੇਖੋ ਮੈਂ ਨਹੀਂ ਸਮਝਦੀ ਇਹ ਸਾਰੀਆਂ ਗੱਲਾਂ, ਰਾਈਟ? ਮੈਨੂੰ ਨਹੀਂ ਪਤਾ ਕਿਉਂ ਲੋਕੀ ਗਾਲਾਂ ਕੱਢਦੇ ਆ, ਕਿਉਂ ਗਾਲਾਂ? ਅੱਛਾ, ਮੈਨੂੰ ਨਹੀਂ ਪਤਾ ਗਾਲਾਂ ਕਿਉਂ ਕੱਢਦੇ ਨੇ, ਠੀਕ ਆ। ਔਰ ਗਾਲਾਂ ਕਿਉਂ ਦੀਆਂ ਲਾਲਾਂ ਹੁੰਦੀਆਂ ਨੇ, ਇਹ ਵੀ ਮੈਂ ਇੱਕ ਪੋਜ਼ਿਟਿਵ ਵੇ ਦੇ ਨਾਲ ਲੈ ਕੇ ਚੱਲ ਰਹੀ ਹਾਂ। ਉਹ ਪੋਜ਼ਿਟਿਵ ਇਹ ਹੁੰਦਾ ਹੈ ਵੀ ਜੇ ਘਿਓ ਦੀਆਂ ਨਾਲਾਂ ਜਦੋਂ ਅਸੀਂ ਪਰਿਵਾਰ ਦੇ ਵਿੱਚ ਹੁੰਦੇ ਆ ਤੇ ਆਪਾਂ ਪਰਿਵਾਰ ਹੀ ਸਾਨੂੰ ਜਦੋਂ ਸਾਨੂੰ ਪਰਿਵਾਰ 'ਚ ਕੋਈ ਗਾਲਾਂ ਕੱਢਦਾ ਜਾਂ ਸਾਡੇ ਮਾਪਿਓ ਗਾਲਾਂ ਤਾਂ ਨਹੀਂ, ਇਵਨ ਉਹ ਗਾਲਾਂ ਨਹੀਂ ਕੱਢਦੇ ਹੁੰਦੇ, ਉਹ ਸਾਨੂੰ ਘੂਰਦੇ ਨੇ, ਸਾਨੂੰ ਗਾਲਾਂ ਕਹਿੰਦੇ ਆ। ਉਹ ਘੂਰਦੇ ਕਿਉਂ ਨੇ? ਸਾਨੂੰ ਉਹ ਚੰਗੀ ਮੱਤ ਦੇਣ ਵਾਸਤੇ ਹੈ ਨਾ, ਉਹਨੂੰ ਇਸ ਕਰਕੇ ਅਸੀਂ ਕਹਿੰਦੇ ਆ ਵੀ ਉਹ ਸਾਡੇ ਵਾਸਤੇ ਜਿਹੜੀਆਂ ਘਿਓ ਦੀਆਂ ਨਾਲਾਂ ਹੁੰਦੀਆਂ ਨੇ। ਪਰ ਜਦੋਂ ਕੋਈ ਇਸ ਤਰ੍ਹਾਂ ਗਾਲਾਂ ਕੱਢਦਾ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ, ਮੈਂ ਉਹਨਾਂ ਨੂੰ ਇਸ ਤਰ੍ਹਾਂ ਮੰਨਦੀ ਨਹੀਂ। ਜੇ ਤੇ ਉਹ ਮੇਰੇ ਪੰਜਾਬ ਤੋਂ ਤੁਸੀਂ ਉਹਨਾਂ ਨੂੰ ਆਪਣੇ ਭਰਾ ਸਮਝਦੇ ਹੋ, ਪਰਿਵਾਰ ਆਪਣੇ ਭਰਾ ਸਮਝਦੀ ਆ, ਪਰਿਵਾਰ ਸਮਝਦੀ ਆ, ਜੋ ਮੇਰੇ ਤੇ ਹੱਕ ਸਮਝਦੇ ਤਾਂ ਜੀ ਮੈਨੂੰ ਗਾਲਾਂ ਕੱਢਦੇ ਆ। ਦੂਜੇ ਨੂੰ ਤੇ ਗਾਲਾਂ ਵੀ ਨਹੀਂ ਕੱਢੀਆਂ ਜਾਂਦੀਆਂ, ਰਾਈਟ? ਜੇ ਕਹਿੰਦੇ ਨਾ ਜਿੱਥੇ ਸਭ ਤੋਂ ਜ਼ਿਆਦਾ ਲੜਾਈ ਹੁੰਦੀ ਉੱਥੇ ਸਭ ਤੋਂ ਜ਼ਿਆਦਾ ਪਿਆਰ ਹੁੰਦਾ ਆ। ਇਹਦਾ ਮਤਲਬ ਕਿਤੇ ਨਾ ਕਿਤੇ ਮੇਰੇ ਤੇ ਹੱਕ ਸਮਝਦੇ ਨੇ ਵੀ ਆ ਐਵੇਂ ਕਿਉਂ ਕਰਦੀ ਪਈ, ਇਹਨੂੰ ਐ ਨਹੀਂ ਕਰਨਾ ਚਾਹੀਦਾ। ਸੋ ਠੀਕ ਆ, ਗਾਲਾਂ ਕੱਢ ਲੈਣ, ਮੈਂ ਤੇ ਉਹਨਾਂ ਦੀਆਂ ਗਾਲਾਂ ਵੀ ਮੈਂ ਕਹਿੰਦੀ ਆ ਘਿਓ ਦੀਆਂ ਲਾਲਾਂ, ਮੈਨੂੰ ਕੋਈ ਫਰਕ ਨਹੀਂ, ਮੇਰੇ ਨਾਲ ਕੱਢੀ ਜਾਣ। ਯਾਦਗਾਰ ਨੇ ਤੁਹਾਡੇ ਨਾਲ ਲਾਈਵ ਹੋ ਕੇ ਲੋਕਾਂ ਨੂੰ ਕੁਝ ਕਿਹਾ, ਉਹਦੇ ਸੰਬੰਧ 'ਚ ਉਹ ਬਾਅਦ 'ਚ ਉਹਨਾਂ ਨੂੰ ਮਾਫੀ ਮੰਗਣੀ ਪਈ, ਤੁਸੀਂ ਕਿਉਂ ਡਰ ਗਿਆ? ਦੇਖੋ ਮੇਰੀ ਗੱਲ ਸੁਣੋ, ਮੈਂ ਜੋ ਵੀ ਕਿਹਾ ਨਹੀਂ ਕਿਹਾ, ਇਹ ਸਾਡੀ ਕਿਸਾਨੀ ਬਿੱਲਾਂ ਦੇ ਪੱਖ ਦੇ ਵਿੱਚ ਕੋਈ ਗੱਲ ਨਹੀਂ ਹੈਗੀ। ਸੋ ਮੈਂ ਉਹਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਯਾਦਗਾਰ ਜੀ ਦੇ ਉੱਤੇ। ਚਲੋ, ਇਹ ਸੀ ਸੋਨੀਆ ਮਾਨ ਜਿਨ੍ਹਾਂ ਨੇ ਬੜੀ ਸਪਸ਼ਟਤਾ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਸੋ ਦਰਸ਼ਕੋ, ਤੁਹਾਡੇ ਨਾਲ ਫਿਰ ਇਸੇ ਤਰ੍ਹਾਂ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਕਰਾਂਗੇ। ਹੁਣ ਦਿਓ ਇਜਾਜ਼ਤ। ਮੈਂ ਬਘੇਲ ਸਿੰਘ ਧਾਲੀਵਾਲ, ਮੇਰੇ ਨਾਲ ਨੇ ਕੈਮਰਾਮੈਨ ਹਮੀਰ ਸਿੰਘ ਬਰਨਾਲਾ ਤੇ ਮੱਖਣ ਲੌਂਗੋਵਾਲ, ਚੜ੍ਹਦੀ ਕਲਾ ਟਾਈਮ TV ਬਰਨਾਲਾ।